ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਰਹਿਮਤ ਹੋਈ ਹੈ ਜੋ ਮਹਾਰਾਜ ਨੇ ਸ਼ਾਮ ਦੇ ਸਮੇਂ ਸਤਸੰਗ ਘੜੀਆਂ ਬਖਸ਼ੀਆਂ ਹਨ। ਆਓ ਇਤਿਹਾਸ ਦੀ ਜੋ ਕਥਾ ਦਾ ਸਮਾਂ ਹੈ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਅੰਸ਼ ਬੰਸ਼ 12ਵੀਂ ਪੀੜ੍ਹੀ 'ਚ ਪੈਦਾ ਹੋਏ ਮਹਾਨ ਵਿਦਵਾਨ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ, ਉਹਨਾਂ ਦੁਆਰਾ ਰਚਿਤ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਕਥਾ ਜੋ ਚੱਲ ਰਹੀ ਹੈ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਜੀਵਨ ਪ੍ਰਸੰਗ। ਕੱਲ ਆਪਾਂ 14ਵੇਂ ਘਰ ਦਾ ਪ੍ਰਸੰਗ ਔਰ ਕੁਝ 15ਵੇਂ ਘਰ ਦਾ ਪ੍ਰਸੰਗ ਸਰਵਣ ਕੀਤਾ ਹੈ, ਜੋ ਗੁਰੂ ਪਾਤਸ਼ਾਹ ਨੇ ਕਿਵੇਂ ਪ੍ਰੇਮੇ ਕੋੜੀ ਤੇ ਕਿਰਪਾ ਕੀਤੀ, ਉਹਨੂੰ 9x9 ਕਰਕੇ ਮਹਾਨ ਬਖਸ਼ਿਸ਼ਾਂ ਮੇਰਾ ਕੀਤੀਆਂ, ਬ੍ਰਹਮ ਗਿਆਨ ਦੀ ਬਖਸ਼ਿਸ਼ ਕਰ ਦਿੱਤੀ ਤੇ ਭਾਈ ਸੀਹੇ ਉੱਪਲ ਦੀ ਪੁੱਤਰੀ ਦਾ ਵਿਆਹ ਗੁਰੂ ਸਾਹਿਬ ਜੀ ਨੇ ਉਸ ਪ੍ਰੇਮੇ ਕੋੜੀ ਜੀ ਨੂੰ ਫਿਰ ਮਹਾਰਾਜ ਨੇ ਮੁਰਾਰੀ ਨਾਂ ਰੱਖਿਆ। ਉਸ ਨਾਲ ਕਰਕੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਤੇ ਮੰਜੀ ਬਖਸ਼ੀ ਸਿੱਖੀ ਦੇ ਪ੍ਰਚਾਰ ਵਿੱਚ ਲਾਇਆ। ਇਹ ਵੀ ਵਰ ਦਿੱਤਾ ਮੱਥੋ ਮੁਰਾਰੀ। ਮੱਥੋ ਨਾਮ ਉਸ ਲੜਕੀ ਦਾ ਸੀ। ਮਹਾਰਾਜ ਕਹਿੰਦੇ ਜਿਹੜਾ ਇਹ ਮੱਥੋ ਮੁਰਾਰੀ ਵੀ ਕਹੂਗਾ ਉਹ ਵੀ ਤਰ ਜਾਵੇਗਾ। ਇਹ ਬਖਸ਼ਿਸ਼ਾਂ ਕੀਤੀਆਂ। ਉਪਰੰਤ ਫਿਰ ਇੱਕ ਖੇਡਾ ਨਾਮ ਦਾ ਸੋਇਰੀ ਜਾਤੀ ਹੈ, ਇੱਕ ਬ੍ਰਾਹਮਣ ਜਿਹੜਾ ਦੁਰਗਾ ਦਾ ਭਗਤ ਸੀ, ਉਹ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆਇਆ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਸਿੱਖੀ ਦਾ ਮਾਰਗ ਬਖਸ਼ਿਸ਼ ਕੀਤਾ ਔਰ ਬੇਅੰਤ ਕਿਰਪਾ ਕਰਤੀ। ਇਹ ਵੀ ਬਚਨ ਕੀਤਾ। ਗੁਰੂ ਸਾਹਿਬ ਕਹਿਣ ਲੱਗੇ ਹੁਣ ਤੂੰ ਭਾਈ ਸਿੱਖੀ ਦਾ ਉਪਦੇਸ਼ ਦੇ। ਜੋ ਵੀ ਤੈਨੂੰ ਮਿਲਦਾ ਹੈ ਉਹਨੂੰ ਉਪਦੇਸ਼ ਦੇ ਕੇ ਸਿੱਖੀ ਦਾ ਵਿਸਥਾਰ ਕਰ। ਅਜਮਤਾ ਸਹਿਤ ਮਹਾਰਾਜ ਨੇ ਕਰ ਦਿੱਤਾ ਸੱਚੇ ਨਾਮ ਨਾਲ।
ਉਹਦੀ ਸੁਰਤੀ ਬਿਰਤੀ ਜੋੜ ਕੇ ਭੋਗ ਮੋਖ ਦੋਨੇ ਹੀ ਬਖਸ਼ਿਸ਼ ਕਰ ਦਿੱਤੇ ਹਨ। ਇਉਂ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਕਰ ਅਜਮਤ ਜੁਤ ਦੀਨ ਬਿਦਾਈ, ਸਤਨਾਮ ਕੀ ਔਰ ਲਿਵ ਲਾਈ। ਭੁਕਤ ਮੁਕਤ ਲੈ ਘਰ ਕੋ ਗਇਓ, ਨਰ ਅਨੇਕ ਕੋ ਸੰਕਟ ਹਇਓ। ਅਨੇਕਾਂ ਲੋਕਾਂ ਦੇ ਦੁੱਖਾਂ ਦਾ ਫਿਰ ਅੱਗੇ ਉਸਨੇ ਉਧਾਰ ਕੀਤਾ ਹੈ। ਆਓ ਅੱਗੇ ਕਥਾ ਪ੍ਰੇਮ ਤੇ ਸਤਿਕਾਰ ਸਹਿਤ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸ ਸਤਿਗੁਰ ਨਾਰੇ ਅਨਕ ਉਧਾਰੇ। ਇਸ ਤਰ੍ਹਾਂ ਭਾਈ ਗੁਰੂ ਸਾਹਿਬ ਨੇ ਅਨੇਕਾਂ ਪ੍ਰਾਣੀਆਂ ਦਾ ਉਧਾਰ ਕੀਤਾ। ਸ਼ਰਨ ਆਏ ਕਰ ਹੈ ਭਵ ਪਾਰੇ। ਸ਼ਰਨ ਆਇਆਂ ਨੂੰ ਸਤਿਗੁਰੂ ਨੇ ਭੌਜਲ ਤੋਂ ਪਾਰ ਕੀਤਾ ਹੈ। ਜਿਸ ਪਰ ਦ੍ਰਿਸ਼ਟ ਕਿਰਪਾ ਕੀ ਕਰੈ। ਜਿਹਦੇ ਉੱਤੇ ਸਤਿਗੁਰੂ ਕਿਰਪਾ ਦ੍ਰਿਸ਼ਟੀ ਕਰਦੇ ਹਨ। ਨਿਜ ਕੁਟੰਬ ਜੁਤ ਭਉ ਜਲ ਤਰੈ। ਉਹ ਪ੍ਰਾਣੀ ਜਿਹਦੇ ਤੇ ਕਿਰਪਾ ਹੋ ਗਈ, ਆਪਣੇ ਕੁਟੰਬ ਪਰਿਵਾਰ ਦੇ ਸਮੇਤ ਇਸ ਭਵਜਲ ਤੋਂ ਤਰ ਜਾਂਦਾ ਹੈ। ਇੱਕ ਸਿੱਖ ਲੰਗਰ ਟਹਿਲ ਕਮਾਵੇ। ਹੁਣ ਅੱਗੇ ਦੱਸਦੇ ਹਨ ਪ੍ਰਸੰਗ ਕੇ ਕੋਈ ਗੁਰਸਿੱਖ ਗੁਰੂ ਸਾਹਿਬ ਜੀ ਦੇ ਦਰਬਾਰ ਲੰਗਰਾਂ ਦੇ ਵਿੱਚ ਸੇਵਾ ਕਰਦਾ ਸੀ। ਸੱਚ ਨਿਸੱਚ ਮੁਖੋਂ ਸਦ ਗਾਵੇ। ਉਹ ਸੱਚਨ ਸੱਚ ਮੁਖੋਂ ਹਮੇਸ਼ਾ ਗਾਉਂਦਾ ਹੈ। ਸੰਗਤ ਮੈਂ ਤਿਸ ਭਰਿਓ ਨਾਮ। ਤੇ ਸੰਗਤ ਦੇ ਵਿੱਚ ਹੀ ਉਹਦਾ ਨਾਮ ਪੈ ਗਿਆ ਹੈ। ਸੱਚਨ ਸੱਚ ਮੁਖੋਂ ਸੱਚਨ ਸੱਚ ਭਾਈ ਸੁਖ ਧਾਮ। ਉਹਦਾ ਨਾਂ ਪੈ ਗਿਆ ਭਾਈ ਸੱਚਨ ਸੱਚ, ਸੁੱਖਾਂ ਦਾ ਧਾਮ। ਇੱਕ ਦਿਨ ਆਇਓ ਸਤਿਗੁਰ ਪਾਸ। ਇੱਕ ਦਿਨ ਉਹ ਗੁਰੂ ਸਾਹਿਬ ਦੇ ਕੋਲ ਆਇਆ ਹੈ। ਬੇਨਤੀ ਕਰ ਭਾਖੀ ਅਰਦਾਸ। ਤੇ ਬੇਨਤੀ ਕਰਕੇ ਅਰਦਾਸ ਕੀਤੀ। ਹੇ ਸਤਿਗੁਰ ਤੁਮ ਅੰਤਰਜਾਮੀ। ਹੇ ਸਤਿਗੁਰੂ ਜੀ ਤੁਸੀਂ ਅੰਤਰਜਾਮੀ ਹੋ। ਸਭ ਘਟ ਘਟ ਕੀ ਜਾਨੋ ਸੁਆਮੀ। ਤੇ ਸਾਰੇ ਘਟਾਂ ਘਟਾਂ ਦੀ ਮਾਲਕ ਜੀ ਤੁਸੀਂ ਜਾਣਦੇ ਹੋ। ਅਨੰਜ ਹੁਤੋ ਮੋਰ ਸੋ ਭਾਕਾਲ। ਇਸ ਤਰ੍ਹਾਂ ਕਿ ਮੇਰੀ ਅਨੰਜ ਹੁਤੋ ਮੋਰ ਸੋ ਭਾਕਾਲ। ਅਨੰਜ ਭਾਵ ਛੋਟਾ ਹੁੰਦੇ ਆ, ਮੁਰ ਸੋ ਭਾਕਾਲ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਅਨਾਨਜ ਹੁਤੋ ਮੁਰ ਸੋ ਭਾਕਾਲ। ਇੱਥੇ ਇਹਨਾਂ ਨੇ ਸੰਤ ਰੇਨ ਜੀ ਨੇ ਲਿਖਿਆ ਵੀ ਮੇਰੀ ਜਿਹੜੀ ਪਤਨੀ ਸੀ ਉਹ ਕਾਲ ਵਸ ਹੋ ਗਈ, ਉਹਦੀ ਮੌਤ ਹੋ ਗਈ। ਤਿਸ ਕੀ ਦਾਰਾ ਰਹੀ ਕਿਰਪਾਲ। ਤੇ ਉਸ ਦੀ ਮਹਾਰਾਜ ਇਸਤਰੀ ਹੈ। ਅਨੰਜ ਕਹੀਏ ਹਾਂ ਛੋਟਾ ਭਰਾ। ਅਨੰਜ ਹੁਤੋ ਮੁਰ ਸੋ ਭਾਕਾਲ। ਮੇਰਾ ਭਰਾ ਸੀ ਇੱਕ ਛੋਟਾ, ਉਹ ਕਾਲ ਵਸ ਹੋ ਗਿਆ। ਤਿਸ ਕੀ ਦਾਰਾ ਰਹੀ ਕਿਰਪਾਲ। ਉਹਦੀ ਇਸਤਰੀ ਮਹਾਰਾਜ ਕਿਰਪਾਲੂ ਸਤਿਗੁਰੂ ਜੀ ਉਹ ਰਹਿ ਗਈ। ਕਿਸੀ ਰੋਗ ਤੇ ਭਈ ਦੀਵਾਨੀ। ਉਹ ਕਿਸੇ ਰੋਗ ਨਾਲ ਦੀਵਾਨੀ ਹੋਈ, ਪਾਗਲ ਹੋਈ ਹੈ। ਜੰਗਲ ਮਹਿ ਫਿਰ ਹੈ ਮਸਤਾਨੀ। ਤੇ ਉਹ ਜੰਗਲ ਦੇ ਵਿੱਚ ਮਸਤਾਨੀ ਹੋਈ ਫਿਰਦੀ ਹੈ। ਇਹਨਾਂ ਨੇ ਪ੍ਰਸੰਗ ਇਸ ਢੰਗ ਦਾ ਲਿਖਿਆ। ਪਰ ਕਹਿਣ ਜਿਹੜਾ ਆਪਾਂ ਜਦੋਂ ਭਾਈ ਸੰਤੋਖ ਸਿੰਘ ਜੀ ਨੂੰ ਪੜ੍ਹਦੇ ਹਾਂ, ਉਹਨਾਂ ਨੇ ਗੱਲ ਪੂਰੇ ਵਿਸਥਾਰ ਨਾਲ ਲਿਖੀ ਹੋਈ ਹੈ ਕਿ ਜਦੋਂ ਰਾਜਾ ਆਇਆ ਸੀ ਹਰੀਪੁਰ ਵਾਲਾ, ਮਹਾਰਾਜ ਨੂੰ ਮੱਥਾ ਟੇਕਣ ਲੱਗਿਆ ਸੀ ਤੇ ਉਹਦੀ ਨਵ ਵਿਆਹਵਤ ਇੱਕ ਨਵੀਂ ਵਿਆਹੀ ਹੋਈ ਇਸਤਰੀ ਸੀ, ਲੜਕੀ ਰਾਜੇ ਦੀ, ਜਿਹੜੀ ਉਹਨੇ ਨਵੀਂ ਵਿਆਹੀ ਸੀ। ਕੋਈ ਲੜਕੀ
ਭਾਵ ਰਾਣੀ ਸੀ ਛੋਟੀ, ਉਹ ਮਹਾਰਾਜ ਕੋਲੇ ਆਈ ਤੇ ਉਹਨੇ ਗੁਰੂ ਸਾਹਿਬ ਨੂੰ ਵੇਖ ਕੇ ਰੀਤੀ ਰਿਵਾਜ ਹੁੰਦੇ ਇਲਾਕਿਆਂ ਦੇ ਘੁੰਡ ਕੱਢ ਲਿਆ ਤੇ ਗੁਰੂ ਸਾਹਿਬ ਕਹਿਣ ਲੱਗੇ ਕੌਣ ਹੈ ਪਗਲੀ, ਇਹਨੂੰ ਪਤਾ ਨਹੀਂ ਹੈ ਗੁਰੂ ਸਾਹਿਬ ਵੀ ਦਰਬਾਰ 'ਚ ਕਿਵੇਂ ਆਉਣਾ। ਉਹ ਐਸੇ ਸਵੈ ਕੇ ਬਚਨ ਕਹੇ, ਉਹਦੀ ਹਾਲਤ ਪਾਗਲਾਂ ਵਰਗੀ ਹੋ ਗਈ, ਜੰਗਲਾਂ ਨੂੰ ਭੱਜ ਗਈ ਸੀ। ਰਾਜਾ ਫਿਰ ਰਿਹਾ, ਮਹਾਰਾਜ ਮਾਫੀ ਦੇ ਦਿਓ, ਗਲਤੀ ਹੋ ਗਈ। ਕਿਉਂਕਿ ਹੁਣ ਸਮਝਾਉਣ ਤੇ ਵੀ ਗੁਰਮੁਖੋ ਕੋਈ ਗੁਰੂ ਮਰਿਆਦਾ ਨਾ ਪਾਲੇ। ਹੁਣ ਇਹ ਤਾਂ ਹੈ ਨਹੀਂ ਕਿ ਉਹਨੂੰ ਦੱਸਿਆ ਨਾ ਹੋਵੇ, ਸਭ ਕੁਝ ਦੱਸਿਆ ਹੀ ਹੈ ਕਿ ਇਉਂ ਜਾਣਾ ਹੈ। ਤੇ ਗੁਰੂ ਸਾਹਿਬ ਦਾ ਜੋ ਭਤੀਜਾ ਸੀ ਉਹੀ ਉੱਥੇ ਗਏ ਸਨ ਤੇ ਸਤਿਗੁਰੂ ਪਾਤਸ਼ਾਹ ਨੇ ਕਿੱਡੀਆਂ ਕਿਰਪਾ ਕੀਤੀਆਂ। ਉਹ ਸਾਰੀ ਮਰਿਆਦਾ ਸਮਝਾਈ, ਪਹਿਲਾਂ ਭਾਈ ਪ੍ਰਸ਼ਾਦਾ ਛਕ ਲਓ, ਫਿਰ ਗੁਰੂ ਸਾਹਿਬ ਦੇ ਦਰਸ਼ਨ ਕਰ ਲਿਓ ਤੇ ਇਸ ਤਰ੍ਹਾਂ ਜਾਣਾ ਹੈ ਗੁਰੂ ਦਰਬਾਰ ਵਿੱਚ। ਹੁਣ ਜੇ ਬਾਕੀ ਰਾਣੀਆਂ ਉਵੇਂ ਗਈਆਂ ਉਹਦਾ ਵੀ, ਪਰ ਉਹ ਕਈ ਹਿੰਡ ਹੁੰਦੇ ਆ ਕਿ ਨਹੀਂ ਜੀ ਮੈਂ ਨਹੀਂ ਮੰਨਦਾ, ਤੇ ਉਹ ਫਿਰ ਐਸੇ ਗੁਰਮੁਖੋ ਕਈ ਵਾਰ ਨਾ ਗੁਰੂ ਦੇ ਦਰਬਾਰ ਵਿੱਚ ਗੁਰੂ ਸਾਹਿਬ ਦੇ ਚਰਨਾਂ 'ਚ ਕਦੇ ਵੀ ਆਪ ਦੀ ਹਿੰਡ ਨਹੀਂ ਪਗਾਉਣੀ ਚਾਹੀਦੀ। ਜੋ ਮਰਜ਼ਾਦਾ ਹੈ ਉਹਦਾ ਪਾਲਣ ਕਰਨਾ ਚਾਹੀਦਾ ਹੈ। ਜਿਹੜਾ ਕੋਈ ਹਿੰਡ ਪਗਾਉਂਦਾ ਹੈ ਕੋਈ ਪਤਾ ਨਹੀਂ ਕੈਸੀ ਫਿਰ ਦ੍ਰਿਸ਼ਟੀ ਹੋਣੀ ਹੈ, ਫਿਰ ਇਹੋ ਜਿਹਾ ਧੱਕਾ ਲੱਗਦਾ ਹੈ, ਮੁੜ ਕੇ ਉਹ ਗੁਰਮੁਖੋ ਲੋਟ ਨਹੀਂ ਆਉਂਦਾ। ਤੇ ਉਹ ਮਹਾਰਾਜ ਨੇ ਸਵੈ ਕੇ ਬਚਨ ਕਰਤਾ, ਪਾਗਲ ਹੋ ਗਈ, ਬਾਹਰ ਭੱਜ ਗਈ ਜੰਗਲਾਂ ਜਾਂ ਵਿੱਚ ਤੇ ਰਾਜਾ ਤੇ ਵਾਪਸ ਮੁੜ ਗਿਆ। ਮਹਾਰਾਜ ਹੁਣ ਕਿਰਪਾ ਕਰਦੇ ਉਹਦੇ ਤੇ ਤੁਸੀਂ। ਤੇ ਉਹ ਸਮਾਂ ਪਾ ਕੇ ਇਹ ਭਾਈ ਸੱਚਨ ਸੱਚ ਜਿਨ੍ਹਾਂ ਦਾ ਨਾਮ ਤੇ ਕਵੀ ਜੀ ਨੇ ਹੋਰ ਲਿਖਿਆ, ਇਹ ਸੱਚਨ ਸੱਚ ਸੱਚਨ ਸੱਚ ਸੱਚ ਜਪਦੇ ਰਹਿੰਦੇ ਤੇ ਨੌ ਫਿਰ ਭਾਈ ਸੱਚਨ ਸੱਚ ਪਿਆ। ਲੱਕੜਾਂ ਲੈਣ ਗਏ ਸੀ ਤੇ ਉੱਥੇ ਇਹਨੇ ਦੇਖਿਆ ਉਹ ਜਿਹੜੀ ਰਾਣੀ ਪਾਗਲ ਹੋਈ, ਨਗਨ ਅਵਸਥਾ ਵਿੱਚ ਹੈ, ਸੁਰਤੀ ਕੋਈ ਨਹੀਂ ਹੈ ਉਸਨੂੰ। ਉਹ ਇਹਦੇ ਮਗਰ ਪੈ ਗਈ। ਗੁਰੂ ਸਾਹਿਬ ਦੇ ਕੋਲ ਆਇਆ ਇਹ ਵਾਪਸ, ਕਹਿੰਦਾ ਮਹਾਰਾਜ ਮੇਰੇ ਨਾਂ ਇਹ ਹੋਈ ਅੱਜ। ਉਹ ਜਿਹੜੀ ਰਾਣੀ ਪਾਗਲ ਹੋਈ ਫਿਰਦੀ ਹੈ, ਮਹਾਰਾਜ ਕਿਰਪਾ ਕਰ ਦਿਓ ਉਹਦੇ ਤੇ ਵਿਚਾਰੀ ਤੇ। ਮਹਾਰਾਜ ਕਹਿਣ ਲੱਗੇ ਵੀ ਚੰਗਾ ਆ ਸਾਡਾ ਜੋੜਾ ਲੈ ਜਾ। ਤੇ ਉਹ ਫਿਰ ਮਹਾਰਾਜ ਨੇ ਇੱਕ ਆਪਣੇ ਚਰਨਾਂ ਦਾ ਜੋੜਾ ਇਹਨੂੰ ਦੇਤਾ ਸੀ, ਕਹਿੰਦੇ ਉਹਦੇ ਸਿਰ ਨੂੰ ਛੁਆ ਦੀ। ਤੇ ਜਦੋਂ ਇਹ ਗਿਆ ਜਿੱਥੇ ਕਿਸੇ ਭਾਲ ਕੀਤੀ, ਉਹ ਰਾਣੀ ਦਿਸ ਗਈ, ਉਹ ਉਵੇਂ ਹੀ ਆਈ, ਕਮਲੀ ਹੋਈ ਵੀ ਹੈ, ਭੱਜੀ ਇਹਨੂੰ ਮਾਰਨ ਵਾਸਤੇ। ਇਹਨੇ ਜਦੋਂ ਨੇੜੇ ਆਈ ਉਹਦੇ ਸਿਰ ਤੇ ਮਾਰਿਆ ਹੌਲੀ ਇੱਕ ਦਿਨੇ ਮਹਾਰਾਜ ਦਾ ਪਵਿੱਤਰ ਜੋੜਾ, ਤੇ ਉਦੋਂ ਹੀ ਉਹਦਾ ਪਾਗਲਪਨ ਦੂਰ ਹੋ ਗਿਆ ਸੀ। ਫਿਰ ਉਹਨੇ ਸ਼ਰਮ ਮੰਨੀ ਆਪਣਾ ਨਗਨ ਸਰੀਰ ਦੇਖ ਕੇ। ਤਾਂ ਗੁਰਮੁਖਾਂ ਕੋਲੇ ਅੱਗੇ ਗਲ 'ਚ ਪਾਉਣ ਵਾਲੇ ਵੱਡੇ ਪਰਨੇ, ਇਹ ਤਾਂ ਉਹ ਫਿਰ ਇੱਕ ਐਸਾ ਚਾਦਰ ਪਰਨਾ ਦੇਤਾ, ਉਹਦਾ ਸਰੀਰ ਢਕਿਆ ਤੇ ਉਹ ਤੇ ਢੱਕ ਕੇ ਸਰੀਰ ਫਿਰ ਉਹ ਲੈ ਕੇ ਆਏ, ਹੋਰ ਉਹਨੂੰ ਵਸਤਰ ਵਗੈਰਾ ਪਹਿਨਾ ਕੇ ਫਿਰ ਗੁਰੂ ਸਾਹਿਬ ਦੇ ਚਰਨਾਂ 'ਚ ਲਿਆਏ। ਮਹਾਰਾਜ ਹੁਣ ਇਹ ਤੇ ਕਿਰਪਾ ਕਰ ਦਿਓ। ਗੁਰੂ ਸਾਹਿਬ ਨੇ ਮਿਹਰ ਕੀਤੀ। ਭਾਈ ਸੱਚਨ ਸੱਚ ਹੁਣ ਇਹਦਾ ਕੀ ਕੀਤਾ ਜਾ ਸਕਦਾ ਹੈ, ਇਉਂ ਕਰ ਵੀ ਇਹਦੀ ਸ਼ਾਦੀ ਤੇਰੇ ਨਾਲ ਹੀ ਕਰ ਦਿੰਦੇ ਆ, ਤੂੰ ਇਹਦੇ ਨਾਲ ਵਿਵਾਹ ਕਰ ਲਾ। ਗੁਰੂ ਸਾਹਿਬ ਦਾ ਬਚਨ ਮੰਨ ਕੇ ਫਿਰ ਭਾਈ ਸੱਚਨ ਸੱਚ ਜੀ ਨੇ ਵਿਵਾਹ ਕਰ ਲਿਆ। ਸ਼ਾਇਦ ਇਹਨਾਂ ਦਾ ਨਗਰ ਵੀ ਕੋਈ ਪਿਛਲਾ ਮੰਦਰ ਪਿੰਡ ਲਿਖਿਆ ਜਾਂ ਉਹ ਇੰਨਾ ਯਾਦ ਨਹੀਂ ਰਹਿੰਦਾ ਕਈ ਵਾਰ। ਤੇ ਉਹ ਫਿਰ ਪਾਕਿਸਤਾਨ ਦਾ ਏਰੀਆ ਸੀ। ਹੁਣ ਜਦੋਂ ਪਾਕਿਸਤਾਨ ਬਣ ਗਿਆ ਭਾਵ ਉਦੋਂ ਉੱਧਰ ਰਹਿ ਗਏ। ਉੱਥੋਂ ਫਿਰ ਇਹ ਚੱਲ ਕੇ ਪਰਿਵਾਰ ਜਿਹੜਾ ਸੀ ਬਾਅਦ 'ਚ ਜੋੜਾ ਮਹਾਰਾਜ ਨੇ ਕਿਰਪਾ ਕਰਤੀ ਸੀ ਤੇ ਇਹਦਾ ਵਿਵਾਹ ਪਹਿਲਾਂ ਵੀ ਹੋਇਆ ਹੋਇਆ ਸੀ। ਇਹ ਮਹਾਰਾਜ ਨੇ ਦੋਨੇ ਜੋੜੇ ਬਖਸ਼ਿਸ਼ ਕਰਤੇ ਤੇ ਉਹ ਦੋਵੇਂ ਜੋੜੇ ਜਿਹੜੇ ਆ, ਫਿਰ ਇੱਕ ਤਾਂ ਜਿਹੜਾ ਇਹਦੇ ਸਿਰ ਨੂੰ ਲਾਇਆ ਸੀ ਰਾਜਾ, ਜਿਹੜਾ ਰਾਣੀ ਸੀ ਰਾਜੇ ਦੀ, ਠੀਕ ਕੋਈ ਉਹ ਜੋੜਾ। ਇੱਕ ਫਿਰ ਮਹਾਰਾਜ ਨੇ ਦੂਜਾ ਕਿਹਾ ਵੀ ਮਹਾਰਾਜ
ਇਹ ਇਸ ਤਰ੍ਹਾਂ ਉੱਥੇ ਜਿਹੜਾ ਜਦੋਂ ਗਏ ਸੀ ਉਹਨਾਂ ਦੇ ਦੱਸਣ ਮੁਤਾਬਕ, ਕਿਉਂਕਿ ਉਹਨਾਂ ਦੀ ਅੱਗੇ ਦੀ ਅੱਗੇ ਪੀੜ੍ਹੀ ਹੋਈ, ਹੁਣ ਉਹ ਸੇਵਾ ਕਰਦੀ ਹੈ। ਉਹ ਕਹਿੰਦੇ ਵੀ ਇਉਂ ਹੋਇਆ ਸੀ ਦੂਜਾ ਜੋੜਾ, ਫਿਰ ਜਿਹੜੀ ਪਹਿਲੀ ਪਤਨੀ ਉਹ ਕਹਿੰਦੀ ਮੇਰੇ ਨਾਲ ਮੈਨੂੰ ਵਿਤਕਰਾ ਜਿਹੜਾ ਹੈ, ਫਿਰ ਮਹਾਰਾਜ ਨੇ ਉਹਨੂੰ ਇੱਕ ਜੋੜਾ ਮਹਾਰਾਜ ਨੇ ਬਖਸ਼ੀ ਕਰਤਾ ਵੀ ਭਾਈ ਆਹ ਦੂਜੀ ਪਤਨੀ ਦਾ। ਇਉਂ ਘਰ ਗ੍ਰਸਤੀ ਵਧੀਆ ਚੱਲਦੀ ਰਹੀ, ਸਮਾਂ ਪਾ ਕੇ ਪੀੜ੍ਹੀ ਦਰ ਪੀੜ੍ਹੀ ਫਿਰ ਜਿਹੜਾ ਹੈ ਅੱਗੇ ਦੀ ਅੱਗੇ ਉਹ ਸੰਭਾਲ ਕਰਦੇ ਰਹੇ। ਮਹਾਰਾਜ ਨੇ ਬਚਨ ਕੀਤਾ ਸੀ ਜਿਹਦੇ ਵੀ ਸਿਰ ਨੂੰ ਪਾਗਲਪਨ ਹੋਊਗਾ, ਅਗਰ ਸਿਰ ਨੂੰ ਲਾਵੋਗੇ ਉਹ ਠੀਕ ਹੋ ਜਾਏਗਾ। ਇਹ ਗੁਰਮੁਖੂ ਬਖਸ਼ਿਸ਼ਾਂ ਹੁਣ ਤੱਕ ਚੱਲਦੀਆਂ ਨੇ। ਉਹ ਜੋੜਾ ਫਿਰ ਇੱਕ ਤਾਂ ਪਰਿਵਾਰ ਚਲਿਆ ਗਿਆ ਹਰਿਆਣੇ 'ਚ, ਜਿਹੜਾ ਪਹਿਲੀ ਪਤਨੀ ਵਾਲਾ ਸੀ ਉਹਨਾਂ ਕੋਲ ਇੱਕ ਜੋੜਾ, ਉਹ ਹਰਿਆਣੇ ਦੇ ਵਿੱਚ ਉੱਥੇ ਹੁਣ ਨਗਰ ਉਦੋਂ ਦੱਸਿਆ ਸੀ ਗਏ ਜਦੋਂ, ਯਾਦ ਨਹੀਂ ਹੈ ਕਿਹੜੇ ਨਗਰ ਸੀ। ਤੇ ਇੱਕ ਜੋੜਾ ਜਿਹੜਾ ਹੈ ਫਿਰ ਉਹ ਦੂਜੇ ਪਰਿਵਾਰ ਕੋਲੇ। ਹੁਣ ਉਹ ਪਰਿਵਾਰ ਤਾਂ ਭਾਵੇਂ ਅੱਗੇ ਦੀ ਅੱਗੇ ਬਹੁਤ ਵੱਧ ਗਏ, ਤਾਂ ਇੱਧਰ ਮਾਨਸਾ ਕੰਨੀ ਇੱਥੇ ਫਿਰ ਬੈਠ ਗਏ ਸੀ, ਜ਼ਿਆਦਾ ਟਾਈਮ ਇੱਥੇ ਰਹਿੰਦਾ ਖਾਸ ਕਰਕੇ ਮੱਸਿਆ ਨੂੰ ਵੀ। ਤੇ ਫਿਰ ਕੁਝ ਪਰਿਵਾਰ ਉਹ ਫਿਰੋਜ਼ਪੁਰ ਤੋਂ ਪਰੇ ਬੈਠੇ ਆ ਨਗਰ 'ਚ, ਉੱਥੇ ਵੀ ਉਹੀ ਜੋੜਾ ਫਿਰ ਇਹ ਜਿਹੜਾ ਮਾਨਸਾ ਕੰਨੀ ਇੱਥੋਂ ਉਹੀ ਜੋੜਾ ਉੱਥੇ ਲੈ ਕੇ ਜਾਂਦੇ ਨੇ। ਤੇ ਇੱਕ ਜਗ੍ਹਾ ਇੱਕ ਦਿਨ ਹੋਰ ਵੀ ਕੁਝ ਪਰਿਵਾਰ ਬੈਠਾ, ਉੱਥੇ ਵੀ ਉਹ ਜੋੜਾ ਸਾਹਿਬ ਮਹਾਰਾਜ ਦਾ ਜਾਂਦਾ। 3 ਜਗ੍ਹਾ ਇਹ ਜੋੜਾ ਹੈ ਜਿੱਥੇ ਬੇਅੰਤ ਸੰਗਤਾਂ ਜਾਂਦੀਆਂ ਨੇ ਤੇ ਉਹ ਭਾਈ ਮਸਤਕ ਸਿਰ ਨੂੰ ਲਵਾਇਆ ਜਾਂਦਾ। ਤੇ ਜਿਹੜਾ ਕੋਈ ਸ਼ਰਧਾ ਭਾਵਨਾ ਨਾਲ ਗੁਰੂ ਦੇ ਮਾਰਗ ਤੇ ਚੱਲਦਾ ਹੈ, ਵਿਸ਼ਵਾਸ ਕਰਦਾ, ਮਾਲਕ ਹੁਣ ਵੀ ਕਿਰਪਾ ਕਰਦਾ। ਉੱਥੇ ਅਸੀਂ ਪੁੱਛਿਆ, ਉਹ ਕਹਿੰਦੇ ਵੀ ਇਹਨਾਂ ਦੇ ਇਹ ਉਹਨਾਂ ਦੀ ਅੰਸ਼-ਬੰਸੀ ਆ ਅੱਗੇ ਦੀ ਅੱਗੇ, ਹੋਰ ਨਹੀਂ ਇਹ ਕਿਸੇ ਨੂੰ ਹੁੰਦਾ ਵੀ ਇਹੀ ਜੇ ਲਾਉਣਗੇ ਤਾਂ ਹੀ ਇਹ ਰੋਗ ਠੀਕ ਹੁੰਦਾ ਹੈ। ਉਹੀ ਫਿਰ ਪਰਿਵਾਰ ਨੇ ਜਿਹੜੇ ਸੇਵਾ ਸੰਭਾਲ ਕਰ ਰਹੇ ਹਨ। ਉਹ ਇੱਥੇ ਜਿਹੜਾ ਹੈ ਸੰਤ ਰੇਣ ਜੀ ਨੇ ਥੋੜੇ ਜਿਹੇ ਫਰਕ ਨਾਲ ਪ੍ਰਸੰਗੇ ਲਿਖਿਆ। ਅਨਜ ਹੁਤੋ ਮੁਰ ਸੋ ਭਾ ਕਾਲ, ਅਨਜ ਛੋਟੇ ਭਰਾ ਨੂੰ ਕਹਿੰਦੇ ਆ ਕਿ ਮੇਰਾ ਇੱਕ ਛੋਟਾ ਭਰਾ ਸੀ, ਉਹ ਕਾਲ ਵਸ ਹੋ ਗਿਆ, ਤਿਸ ਕੀ ਦਾਰਾ ਰਹੀ ਕਿਰਪਾਲ। ਉਹਦੀ ਇਸਤਰੀ ਮਹਾਰਾਜ ਰਹਿ ਗਈ, ਕਿਸੀ ਰੋਗ ਤੇ ਭਈ ਦੀਵਾਨੀ, ਜੰਗਲ ਮਹਿ ਫਿਰ ਹੈ ਮਸਤਾਨੀ। ਕਿਸੇ ਰੋਗ ਨਾਲ ਉਹ ਪਾਗਲ ਹੋ ਗਈ, ਜੰਗਲ ਵਿੱਚ ਮਸਤਾਨੀ ਹੋਈ ਫਿਰਦੀ ਹੈ। ਹੇ ਸਤਿਗੁਰ ਤੁਮ ਹੋ ਸਮਰੱਥ, ਹੇ ਸਤਿਗੁਰੂ ਜੀ ਤੁਸੀਂ ਸਮਰੱਥ ਹੋ। ਤਿਸ ਰੁਝਾਨੋ ਦੇ ਕਰ ਹੱਥ, ਆਪਣਾ ਹੱਥ ਰੱਖ ਕਰਕੇ ਮਹਾਰਾਜ ਉਹਦਾ ਰੋਗ ਦੂਰ ਕਰ ਦਿਓ। ਸੁਣ ਸ੍ਰੀ ਰਾਮਦਾਸ ਤਿਸ ਕਾਲ, ਸੁਣ ਸ੍ਰੀ ਰਾਮਦਾਸ। ਇੱਥੇ ਰਾਮਦਾਸ ਲਿਖਿਆ ਪਰ ਗੁਰੂ ਅਮਰਦਾਸ ਮਹਾਰਾਜ ਜੀ ਹੋ ਸਕਦਾ, ਕਿਉਂਕਿ ਮਹਾਰਾਜ ਨੇ ਬਖਸ਼ਿਸ਼ ਕੀਤਾ। ਸੁਣ ਸ੍ਰੀ ਅਮਰਦਾਸ ਤਿਸ ਕਾਲ। ਉਸ ਸਮੇਂ ਫਿਰ ਸੁਣ ਕੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰ ਪਨਹੀ ਦੀਨ ਸੁਸ਼ੁਭ ਢਾਲ। ਇਉਂ ਭਾਈ ਗੁਰੂ ਪਾਤਸ਼ਾਹ ਮਹਾਰਾਜ ਨੇ ਸ਼ੁਭ ਤਰੀਕੇ ਸਹਿਤ ਆਪਣਾ ਜਿਹੜੀ ਪਨਹੀ ਜੁੱਤੀ ਨੂੰ ਕਹਿੰਦੇ ਆ ਜੋੜਾ ਬਖਸ਼ਿਆ ਹੈ। ਕਹਿਓ ਕਿ ਸੱਚਨ ਸੱਚ ਤੁਮ ਜਾਵੋ, ਕਿਹਾ ਹੀ ਭਾਈ ਸੱਚਨ ਸੱਚ ਤੂੰ ਇਹ ਜੋੜਾ ਲੈ ਜਾ। ਲੈ ਪਨਹੀ ਤਿਸ ਸੀਸ ਲਗਾਵੋ, ਤੇ ਇਹ ਜੋੜਾ ਉਹਦੇ ਸਿਰ ਉੱਤੇ ਲੈ ਜਾ ਤੇ ਜਾ ਕੇ ਲਾ ਦੇਈ। ਤਨ ਸੁਧ ਆਵੇ ਗੁਰ ਢਹਿ ਅੰਨ, ਉਹਦੇ ਤਨ ਦੀ ਉਹਨੂੰ ਸੋਝੀ ਆ ਜਾਏਗੀ, ਫਿਰ ਗੁਰੂ ਸਾਹਿਬ ਕੋਲੇ ਲੈ ਆਵੀ। ਮਾਨ ਬਚਨ ਕੀਨਸ ਪ੍ਰਸਥਾਨੋ। ਇਉਂ ਗੁਰੂ ਰਾਮਦਾਸ ਮਹਾਰਾਜ ਨੇ ਗੁਰੂ ਅਮਰਦਾਸ ਜੀ ਨੇ ਹੁਕਮ ਕਰਤਾ, ਗੁਰੂ ਰਾਮਦਾਸ ਜੀ ਨੇ ਸਾਰੀ ਗੱਲ ਸਮਝਾ ਦਿੱਤੀ ਤੇ ਬਚਨ ਮੰਨ ਕੇ ਭਾਈ ਸੱਚਨ ਸੱਚ ਜੀ ਚਲੇ ਗਏ ਹਨ। ਜਾ ਬਨ ਮਹਿ ਦੇਖੀ ਜਿਸ ਕਾਲਾ, ਜਦੋਂ ਜਾ ਕੇ ਜੰਗਲ ਦੇ ਵਿੱਚ ਉਸ ਨੂੰ ਵੇਖਿਆ। ਧਾਰਨ ਰੂਪ ਵੱਡੀ ਬਿਕਰਾਲਾ, ਬਹੁਤ ਹੀ ਭਿਆਨਕ ਜਿਹਾ ਵੱਡਾ ਬਿਕਰਾਲ ਜਿਹਾ ਰੂਪ ਉਸਦਾ ਬਣਾਇਆ। ਕਾਟਨ ਹਿਤ ਦੌਰਤ ਜਬ ਆਈ,
ਉਹ ਜਦੋਂ ਕੱਟਣ ਦੇ ਵਾਸਤੇ ਭੱਜ ਕੇ ਇਸ ਵੱਲ ਆਈ ਹੈ। ਸੱਚਨ ਸੱਚ ਸਿਰ ਪਨਹੀ ਲਾਈ। ਭਾਈ ਸੱਚਨ ਸੱਚ ਜੀ ਨੇ ਉਹ ਜੋੜਾ ਉਹਦੇ ਸਿਰ ਵਿੱਚ ਲਾ ਦਿੱਤਾ। ਲਾਗਤ ਹੀ ਪਨਹੀ ਸੁਧ ਭਈ। ਜਦੋਂ ਹੀ ਜੋੜਾ ਲੱਗਿਆ ਮਹਾਰਾਜ ਦਾ, ਉਹ ਭਾਈ ਸੋਝੀ ਹੋ ਗਈ, ਉਸਨੂੰ ਸੁੱਧ ਬੁੱਧ ਆ ਗਈ। ਅਤ ਲਜਾਏ ਘਰ ਬੈਠ ਸੋ ਗਈ। ਬਹੁਤ ਸ਼ਰਮਸਾਰ ਜੀ ਹੁੰਦੀ, ਉਹ ਬੈਠ ਗਈ ਹੈ। ਸੱਚਨ ਸੱਚ ਕੋ ਲੀਨ ਪਛਾਨਾ। ਤੇ ਭਾਈ ਸੱਚਨ ਸੱਚ ਜੀ ਨੂੰ ਪਛਾਣ ਲਿਆ ਹੈ। ਭਾਈ ਨੇ ਗੁਰ ਢਿਗ ਤਿਸ ਆਨਾ। ਭਾਈ ਸੱਚਨ ਸੱਚ ਜੀ ਉਹਨੂੰ ਗੁਰੂ ਸਾਹਿਬ ਦੇ ਕੋਲ ਲੈ ਆਏ। ਨਮਸਕਾਰ ਕਰ ਬੈਠੇ ਪਾਸ। ਤੇ ਨਮਸਕਾਰ ਕਰਕੇ ਗੁਰੂ ਸਾਹਿਬ ਦੇ ਕੋਲ ਬਹਿ ਗਏ। ਤਬ ਇੱਕ ਸਿੱਖ ਭਾਖੀ ਅਰਦਾਸ। ਤਾਂ ਇੱਕ ਸਿੱਖ ਨੇ ਕੋਲ ਬੈਠੇ ਬੇਨਤੀ ਕਰ ਦਿੱਤੀ, ਹੇ ਸਤਿਗੁਰ ਜੇ ਦੋਸ਼ ਨਾ ਹੋਵੇ। ਹੇ ਸਤਿਗੁਰੂ ਜੀ, ਜਿਹਦੇ ਵਿੱਚ ਕੋਈ ਦੋਸ਼, ਕੋਈ ਗਲਤ ਨਾ ਹੋਵੇ। ਪੁਨਰ ਵਿਆਹੇ ਤੋ ਇਨਕਾ ਹੋਵੇ। ਤਾਂ ਮਹਾਰਾਜ ਪੁਨਰ ਵਿਆਹ, ਦੁਆਰਾ ਸ਼ਾਦੀ, ਵਿਧਵਾ ਵਿਆਹ ਕਹਿ ਦਿੰਦੇ, ਉਹ ਮਹਾਰਾਜ ਇਹਨਾਂ ਦਾ ਹੋ ਜੇ। ਇਦੋਂ ਪਹਿਲਾਂ ਐਸੇ ਕਦੇ ਮਿਲਦਾ ਨਹੀਂ ਸੀ, ਕਿਉਂਕਿ ਸਮਾਜ ਵਿੱਚ ਇਹ ਹੁੰਦਾ ਸੀ, ਅਗਰ ਕੋਈ ਇਸਤਰੀ ਵਿਧਵਾ ਹੋ ਜਾਂਦੀ, ਉਹਨੂੰ ਗੁਰਮੁਖੋ ਪਤੀ ਦੇ ਨਾਲ ਸਤੀ ਕਹਿ ਕੇ ਸਾੜ ਦਿੱਤਾ ਜਾਂਦਾ ਸੀ। ਇਹ ਹੈ ਤਾਂ ਸੀ ਧੱਕਾ। ਹੁਣ ਕਈ ਜਗ੍ਹਾ ਤੇ ਸਤੀਆਂ ਦੀ ਜਗ੍ਹਾ ਬਣੀ ਹੋਈ ਨਾ, ਸਤੀਆਂ ਦੀ। ਉਹ ਹੁਣ ਕੋਈ ਉਹ ਗੁਰਮੁਖੋ ਤਾਂ ਇੱਕ ਧੱਬੇ ਨੇ ਸਮਾਜ ਦੇ ਵੀ ਆਏ ਹੋਇਆ ਸੀ। ਸਤੀ ਹੋ ਜਾਣਾ, ਉਹਨੂੰ ਫਿਰ ਪ੍ਰੇਰਨਾ ਤੇ ਉਹਦੇ ਹੱਥ ਵਿੱਚ ਸੰਧੂਰ ਵਗੈਰਾ, ਇੱਕ ਲਲੇਰ ਹੋਰ ਇਹੋ ਜਿਹਾ ਤੇ ਬਣਾ ਕੇ ਜੇ ਹੱਥ 'ਚ ਫੜਾ ਦੇਣਾ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਉਂਦਾ ਨਾ, ਮਰਨੇ ਤੇ ਕਿਆ ਡਰਪਨਾ ਜਬ ਹਾਥ ਸੰਧੌਰਾ ਲੀਨ। ਉਹਨੂੰ ਜਿਹੜਾ ਉਹ ਲਲੇਰ, ਸੰਧੂਰ ਉੱਤੇ ਧਾਗੇ ਧੁੱਗੇ ਜਿਹੇ ਲਪੇਟ ਕੇ ਮੰਤਰ ਪੜ੍ਹ ਕੇ ਪੁਰਾਣੇ ਸਮਿਆਂ ਵਿੱਚ ਫਿਰ ਜਿਹੜਾ ਪੁਜਾਰੀ ਹੁੰਦਾ ਸੀ ਉਹਨੂੰ ਫੜਾਉਂਦਾ ਸੀਗਾ ਵੀ ਹੱਥ ਵਿੱਚ ਲੈ ਕੇ ਚੱਲ, ਜਿੱਥੇ ਤੇਰੇ ਪਤੀ ਦੀ ਚਿਖਾ ਹੈ ਉੱਥੇ ਵਿੱਚ ਤੂੰ ਜਾ ਕੇ ਮੱਚਣਾ ਹੈ। ਤੇ ਜਦੋਂ ਫਿਰ ਉਹ ਦੇਖੋ ਮੱਚਦੀ ਚਿਖਾ ਦੇ ਵਿੱਚ ਉਹਨੂੰ ਬਿਠਾ ਦਿੱਤਾ ਜਾਂਦਾ ਸੀ, ਨਾਲ ਹੀ ਮਚਾ ਦਿੰਦੇ ਸਨ। ਢੋਲ ਵਜਾਉਣੇ, ਉਹਨੂੰ ਮਾਨਸਿਕ ਤੌਰ ਤੇ ਇਸ ਤਰ੍ਹਾਂ ਤਿਆਰ ਕਰ ਲੈਂਦੇ, ਤੂੰ ਤਾਂ ਸਿੱਧੀ ਸਵਰਗਾਂ ਨੂੰ ਜਾਓਗੇ, ਪਤੀ ਨਾਲ ਮੱਚੀ। ਅਸਲ ਵਿੱਚ ਇਹ ਵੀ ਇੱਕ ਧਾਰਮਿਕ ਤੌਰ ਤੇ ਕਤਲ ਸੀ। ਇਹ ਜਿਹੜੇ ਸਤੀਆਂ ਨਾ, ਇਹ ਅਸਲ ਵਿੱਚ ਧਰਮ ਦੇ ਨਾਮ ਹੇਠ ਕਤਲ ਹੋਏ ਵੇ ਨੇ ਇਹ, ਚਾਹੇ ਉਹਨੂੰ ਕਿਸੇ ਵੀ ਤਰੀਕੇ ਨਾਲ। ਕਿਉਂਕਿ ਜੇ ਕੋਈ ਸਹੀ ਚੀਜ਼ ਹੁੰਦੀ, ਪੂਜਣਯੋਗ ਚੀਜ਼ ਹੁੰਦੀ, ਗੁਰੂ ਸਾਹਿਬ ਕਦੇ ਬੰਦ ਨਾ ਕਰਦੇ। ਗੁਰੂ ਸਾਹਿਬਾਂ ਨੇ ਸਤੀ ਪ੍ਰਥਾ ਬੰਦ ਕੀਤੀ। ਮਹਾਰਾਜ ਕਹਿੰਦੇ ਭਾਈ ਇਹ ਤਾਂ ਬਹੁਤ ਮਾੜੀ ਗੱਲ ਹੈ। ਹੁਣ ਜਗ੍ਹਾ ਜਗ੍ਹਾ ਸਤੀਆਂ ਦੀ ਜਗ੍ਹਾ ਪੂਜੀ ਜਾਂਦੇ, ਬਹੁਤ ਜਗ੍ਹਾ। ਤੇ ਜਿਵੇਂ ਆਪਾਂ ਦੇਖਦੇ ਹਾਂ ਜੋ ਦੂਰੋਂ ਦੂਰੋਂ ਆਉਂਦੇ ਆ ਉਹ ਬਾਣੀਏ, ਪਰ ਉਹ ਅਸਲ ਵਿੱਚ ਇਹ ਗੁਰਮੁਖੋ ਇੱਕ ਧਰਮ ਦੇ ਨਾਮ ਹੇਠ ਹੋਇਆ ਹੋਇਆ ਕਤਲ ਆ। ਕਿਸੇ ਬੀਬੀ ਨੂੰ ਜਿਉਂਦੀ ਨੂੰ ਚਿਖਾ ਵਿੱਚ ਸਾੜਨਾ, ਕਿਉਂਕਿ ਉਹਨਾਂ ਸਮਿਆਂ ਵਿੱਚ ਇਸਤਰੀ ਦੀ ਦੁਰਦਸ਼ਾ ਹੀ ਇਹੋ ਜਿਹੀ ਸੀ। ਜੇ ਕੋਈ ਸਤੀ ਹੁੰਦੀ ਨਹੀਂ ਸੀ ਵਿਧਵਾ, ਤਾਂ ਉਹਨੂੰ ਸਮਾਜ ਜਿਉਣ ਨਹੀਂ ਸੀ ਦਿੰਦਾ ਹੁੰਦਾ। ਤਾਨਿਆਂ ਮਿਹਣਿਆਂ ਨਾ ਪਤਾ ਨਹੀਂ ਕੀ ਕੀ ਕੁਛ, ਉਹ ਫਿਰ ਨਿੱਤ ਮਰਦੀ ਸੀ ਇੱਕ ਤਰ੍ਹਾਂ ਨਾਲ ਸਮਾਜ ਦੇ ਤਾਨੇ ਮਿਹਣਿਆਂ 'ਚ। ਤੇ ਉਦੋਂ ਫਿਰ ਬਿਹਤਰ ਇਹੀ ਹੁੰਦਾ ਸੀ। ਤਾਂ ਹੀ ਤਾਂ ਉਹ ਬੀਬੀਆਂ ਵਰਤ ਫਿਰ ਕਰੂਏ ਚੱਲੇ ਸੀ, ਇਸੇ ਕਰਕੇ ਚੱਲੇ ਸੀ। ਉਹ ਵਿਚਾਰੀਆਂ ਵਰਤ ਹੀ ਰੱਖੀਆਂ ਨੇ ਵੀ ਮੇਰੇ ਪਤੀ ਨੂੰ ਲੰਮੀ ਉਮਰ ਦੇਈ, ਮੈਂ ਪਹਿਲਾਂ ਚੱਲ ਜਾਂਦੀ, ਜਿਉਂਦੀ ਨੂੰ ਸਾੜਨਗੇ। ਹੋਰ ਤਾਂ ਕੋਈ ਗੱਲ ਨਹੀਂ ਸੀ। ਆ ਜਿਹੜੇ ਹੁਣ ਕਰੂਏ ਦੇ ਵਰਤ ਹੈ, ਕਦੇ ਪਤੀ ਦੇਖਿਆ ਵਰਤ ਰੱਖਦਾ ਵੀ ਪਤਨੀ ਲਈ ਕਰੂਏ ਦਾ ਵਰਤ ਰੱਖਿਆ ਵੇ ਜਿਉਂਦੀ ਰਹੇ? ਕੀ ਗੱਲ ਵੀ ਮਾਈਆਂ ਬੀਬੀਆਂ ਦੀ ਲੋੜ ਨਹੀਂ? ਇਹਨਾਂ ਵਿਚਾਰੀਆਂ ਤੇ ਥੋਪਿਆ ਗਿਆ ਇਹ ਵੀ। ਕਿਉਂ? ਉਹ ਡਰਦੀਆਂ ਰੱਬ ਅੱਗੇ ਅਰਦਾਸਾਂ ਹੀ ਕਰੀ ਜਾਂਦੀਆਂ ਨੇ ਅਸੀਂ ਵੀ ਮਹਾਰਾਜ ਇਹਨਾਂ ਨੂੰ ਇਸ ਤੋਂ ਵੱਧ ਉਮਰ ਦੇਈ, ਇਹਨੂੰ ਜੇ ਮੈਂ ਪਹਿਲਾਂ ਮਰ ਗਿਆ ਮੈਨੂੰ ਜਿਉਂਦੀ ਨੂੰ ਸਾੜ ਦੇਣਗੇ ਵਿੱਚ। ਇਸ ਕਰਕੇ ਫਿਰ ਇਹ ਸਾਰੀਆਂ ਹੈ ਤਾਂ ਕੁਰੀਤੀਆਂ ਨੇ ਜਿਹੜੀਆਂ ਚੱਲੀਆਂ ਹੋਈਆਂ। ਉਹਨੂੰ ਹੌਲੀ ਹੌਲੀ ਫਿਰ ਧਾਰਮਿਕ ਰੀਤ ਬਣਾ ਦਿੱਤਾ ਜਾਂਦਾ ਹੈ।
ਤੇ ਸਿੱਖੀ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਕੋਈ ਥਾਂ ਨਹੀਂ ਹੈ। ਕੋਈ ਕਿਸੇ ਦਾ ਧਰਮ ਇਜਾਜ਼ਤ ਦਿੰਦਾ ਆਪਾਂ ਨੂੰ ਕੋਈ ਇਤਰਾਜ਼ ਨਹੀਂ, ਪਰ ਦੁੱਖ ਉਦੋਂ ਹੁੰਦਾ ਜਦੋਂ ਸਿੱਖ ਕਹਾਉਣ ਵਾਲੀਆਂ ਬੀਬੀਆਂ ਕਰੂਏ ਦੇ ਵਰਤ ਰੱਖਦੀਆਂ ਨੇ। ਤੇ ਇਹ ਗੁਰਮੁਖੋ ਘੋਰ ਮਨਮੱਤ ਹੈ ਤੇ ਇਹ ਨਹੀਂ ਕਰਨਾ ਹੈ। ਜਿਹੜਾ ਕੋਈ ਸਤਸੰਗੀ ਗੁਰਬਾਣੀ ਪੜ੍ਹਦੇ ਸੁਣਦੇ ਆ, ਮਹਾਰਾਜ ਨੂੰ ਮੰਨਦੇ ਆ, ਉਹਨਾਂ ਲਈ ਨਹੀਂ ਇਹ ਠੀਕ। ਸਾਡੇ ਲਈ ਤਾਂ ਅਲਪਹਾਰ ਸੁਲਪ ਸੀ ਨਿੰਦਰਾ, ਇਹ ਵਰਤ ਹੈ ਵੀ ਛਕਣਾ ਵੀ ਹੈ, ਲੋੜ ਜਿੰਨਾ ਛਕਣਾ ਤੇ ਲੋੜਕ ਜਿੰਨਾ ਹੀ ਸੌਣਾ ਹੈ। ਬਾਕੀ ਕਿਰਤ ਵਿਰਤ ਕਰਦੇ ਆ, ਪਰਮੇਸ਼ਰ ਦਾ ਨਾਮ ਲੈਣਾ। ਇਹ ਸਾਨੂੰ ਰੀਤੀ ਮਰਜ਼ਾਦਾ ਗੁਰੂ ਸਾਹਿਬਾਂ ਨੇ ਦੱਸੀ ਹੈ। ਤੇ ਇਹ ਫਿਰ ਜਿਹੜੀ ਸਤੀ ਪ੍ਰਥਾ ਸੀ, ਇਹ ਬੰਦ ਮਹਾਰਾਜ ਨੇ ਕਿਹਾ ਵੀ ਭਾਈ ਜਿਹੜਾ ਸਾਡੇ ਕੋਲੇ ਗੁਰੂ ਨਾਨਕ ਦੇ ਘਰ ਆਉਣ ਵਾਲਾ ਉਹ ਇਹ ਕੰਮ ਨਹੀਂ। ਤੇ ਵਿਧਵਾ ਵਿਆਹ ਦੀ ਤਾਂ ਰੀਤ ਹੀ ਹੈ ਨਹੀਂ ਸੀ। ਇਹ ਤਾਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਫਿਰ ਤੋਰੀ ਵੀ ਭਾਈ ਇਹਦੇ ਵਿੱਚ ਕਿਸੇ ਦਾ ਕੀ ਵਸ ਹੈ, ਕੌਣ ਕਦੋਂ ਕਿਸੇ ਨੇ ਚਲੇ ਜਾਣਾ, ਇਹ ਪਰਮੇਸ਼ਰ ਦਾ ਹੁਕਮ ਹੈ। ਤੇ ਜੇ ਕੋਈ ਇਸਤਰੀ ਚੜ੍ਹਾਈ ਕਰ ਜਾਂਦੀ ਸੀ, ਪੁਰਸ਼ ਵਿਆਹ ਕਰ ਲੈਂਦਾ ਹੁੰਦਾ ਸੀ ਹੋਰ, ਉਹਨੂੰ ਕੋਈ ਰੋਕ ਠੋਕ ਨਹੀਂ ਸੀ। ਜੇ ਪੁਰਸ਼ ਕੋਈ ਚੜ੍ਹਾਈ ਕਰ ਜਾਣਾ, ਬੀਬੀ ਕੋਈ ਵਿਧਵਾ ਹੋ ਜਾਣੀ, ਉਹਨੂੰ ਕੋਈ ਅਧਿਕਾਰ ਨਹੀਂ ਸੀ। ਮਹਾਰਾਜ ਨੇ ਇਹ ਹੈ ਬਰਾਬਰਤਾ ਦੇ ਅਧਿਕਾਰ ਦੇਣੇ। ਤੇ ਮਹਾਰਾਜ ਕਹਿੰਦੇ ਵੀ ਇਹਦੇ ਚ ਉਸ ਬੱਚੇ ਦਾ, ਉਸ ਲੜਕੀ ਦਾ, ਬੀਬੀ ਦਾ ਕੀ ਦੋਸ਼ ਹੈ। ਅਗਰ ਉਹ ਤਾ ਉਮਰ ਹੈ ਤਾਂ ਉਸ ਦੀ ਫਿਰ ਹੋਰ ਸ਼ਾਦੀ, ਅਗਰ ਉਹਦਾ ਮਨ ਹੈ ਤਾਂ ਉਹ ਕਰ ਦੇਣੀ ਚਾਹੀਦੀ ਹੈ। ਤੇ ਇਹ ਹੈ ਕਿ ਕੋਈ ਭਾਈ ਨਹੀਂ ਵੀ ਮਨ ਵੱਖਰੀ ਗੱਲ ਹੈ। ਬਹੁਤ ਨੇ ਜੋ ਨਹੀਂ ਮਨ ਤੇ ਪ੍ਰਮਾਤਮਾ ਦਾ ਨਾਮ ਉਹ ਆਸਰਾ ਲੈ ਕੇ ਵੀ ਜ਼ਿੰਦਗੀ ਬਹੁਤ ਬੀਬੀਆਂ ਆਪਣੇ ਬੱਚਿਆਂ ਲਈ ਕੱਢ ਲੈਂਦੀਆਂ ਤੇ ਫਿਰ ਉਹ ਤਾਂ ਇੱਛਾ ਹੋ ਗਈ ਨਾ, ਪਰ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਜਾ ਸਕਦਾ। ਉਸ ਸਮੇਂ ਇਹੋ ਜਿਹੇ ਹਾਲਾਤ ਸਨ ਤੇ ਗੁਰੂ ਸਾਹਿਬ ਨੇ ਇਹ ਭਾਈ ਫਿਰ ਉਹ ਬੇਨਤੀ ਕੀਤੀ, ਮਹਾਰਾਜ ਜੇ ਦੋਸ਼ ਨਾ ਹੋਵੇ ਪੁਨਰ ਵਿਆਹ ਤੋਂ ਇਨਕਾ ਹੋਵੇ, ਇਹਨਾਂ ਦਾ ਪੁਨਰ ਵਿਆਹ ਕਰ ਦਈਏ। ਜਿਵੇਂ ਕੋਈ ਵਿਧਵਾ ਹੋ ਜਾਣੀ ਵਿਆਹ, ਜਾਂ ਕੋਈ ਇਹੋ ਜਿਹਾ ਸਮੇਂ ਹੋ ਜਾਣੇ, ਕਿਉਂਕਿ ਉਹ ਰਾਜਾ ਤੋਂ ਛੱਡ ਕੇ ਚਲਿਆ ਗਿਆ ਸੀ। ਇੱਥੇ ਪੁਨਰ ਵਿਆਹ ਉਹ ਵਿਧਵਾ ਰੂਪ ਵਿੱਚ ਦੱਸਿਆ ਹੈ ਕਿ ਉਹ ਭਰਾ ਦੀ, ਛੋਟੇ ਦੀ ਇਸਤਰੀ ਸੀ, ਉਹਦੀ ਮੌਤ ਹੋ ਗਈ, ਉਹ ਇਸ ਵਿਜੋਗ ਵਿੱਚ ਪਾਗਲ ਹੋਈ ਫਿਰਦੀ ਸੀ, ਉਹ ਵਿਆਹ ਕੀਤਾ। ਚਲੋ ਜਿਵੇਂ ਵੀ ਹੈ ਤਾਂ ਉਹ ਇੱਕ ਗੁਰੂ ਸਾਹਿਬ ਦੀ ਇਉਂ ਬਖਸ਼ਿਸ਼ ਹੋਈ। ਗੱਲ ਤਾਂ ਹੈ ਕਿ ਗੁਰੂ ਦੇ ਜੋੜੇ ਨੇ ਕਿੱਡੀ ਕਿਰਪਾ ਕਰਤੀ, ਗੁਰੂ ਦੀਆਂ ਬਖਸ਼ਿਸ਼ਾਂ ਹਨ। ਸੁਣ ਕਰ ਸਤਿਗੁਰ ਭੇ ਪ੍ਰਸੰਨ, ਸੁਣ ਕਰਕੇ ਸਤਿਗੁਰੂ ਜੀ ਵੀ ਪ੍ਰਸੰਨ ਹੋਏ। ਕਹਿਓ ਸਿੱਖ ਤੁਮ ਹੋ ਬੜ ਧੰਨ, ਕਿਹਾ ਭਾਈ ਹੈ ਸਿੱਖਾ ਤੂੰ ਬਹੁਤ ਵੱਡੇ ਭਾਗਾਂ ਵਾਲਾ, ਧੰਤਾ ਦੇ ਯੋਗ ਹੈ। ਇਸ ਮਹਿ ਦੋਸ਼ ਨਹੀਂ ਤੁਮ ਮਾਨੋ, ਇਹਦੇ ਵਿੱਚ ਭਾਈ ਕੋਈ ਤੁਸੀਂ ਦੋਸ਼ ਨਾ ਮੰਨੋ, ਇਹ ਕੋਈ ਗਲਤ ਨਹੀਂ ਹੈ। ਵੇਦ ਵਿਆਸ ਭੇ ਬੜ ਜਗ ਜਾਨੋ, ਇਉਂ ਜਾਣੋ ਵੇਦ ਵਿਆਸ ਭੇ ਬੜ ਜਗ ਜਾਨੋ, ਵੀ ਉਹ ਦੇਖੋ ਜਗਤ ਵਿੱਚ ਬਹੁਤ ਵੱਡਾ ਜਾਣਿਆ ਜਾਂਦਾ ਸੀ। ਤੈਨ ਭੀ ਨਿਜ ਪਰਜਾਈ ਵਿਆਹੀ, ਵੇਦ ਵਿਆਸ ਜੀ ਦਾ ਵੀ ਭਰਾ ਗੁਜ਼ਰ ਗਿਆ ਸੀ, ਉਹਨੇ ਵੀ ਆਪਣੀ ਭਰਜਾਈ ਦੇ ਨਾਲ ਫਿਰ ਵਿਵਾਹ ਕੀਤਾ ਸੀ। ਜਿਨ ਤੇ ਬੜ ਸੰਤਤ ਉਪਜਾਈ, ਜਿਹਦੇ ਤੋਂ ਫਿਰ ਵੱਡੀ ਅੱਗੇ ਸੰਤਾਨ ਪੈਦਾ ਹੋਈ। ਇੱਕ ਤੋਂ ਧ੍ਰਿਤਰਾਸ਼ਟਰ ਕਹਿਲਾਵਾ, ਇੱਕ ਦਾ ਨਾਂ ਤੋਂ ਸੰਤਾਨ ਦਾ ਅੱਗੇ ਧ੍ਰਿਤਰਾਸ਼ਟਰ, ਉਹ ਦੇਖੋ ਹੋਇਆ ਹੈ ਜਿਹੜਾ ਕੌਰਵਾਂ ਦਾ ਵੱਡਾ ਸੀ, ਉਹ ਕਹਿਲਾਇਆ ਹੈ। ਕੈਰਵ ਜਿਸ ਬੜ ਬੰਸੋ ਪਾਵਾ, ਜਿਹਦੀ ਅੱਗੇ ਕੈਰਵ ਕੌਰਵ ਵੰਸ਼, ਕੈਰਵ ਵੰਸ਼ ਵੱਡੀ ਉਹਦੀ ਵੰਸ਼ ਪੈਦਾ ਹੋਈ। ਦੂਸਰ ਭਾ ਪੰਡੂ ਨ੍ਰਿਪ ਭਾਈ, ਦੂਜਾ ਸੀਗਾ ਇੱਕ ਉਹਦਾ ਭਰਾ ਧ੍ਰਿਤਰਾਸ਼ਟਰ ਦਾ, ਉਹਦਾ ਨਾਂ ਸੀ ਰਾਜਾ ਪੰਡੂ, ਉਹ ਹੋਇਆ ਹੈ। ਪਾਂਡਵ ਜਿਸ ਸੰਤਾਨ ਸੁਥਾਈ, ਉਹ ਪੰਡੂ ਰਾਜੇ ਤੋਂ ਹੀ ਫਿਰ ਅੱਗੇ ਉਹਦੀ ਸੰਤਾਨ ਪਾਂਡਵ ਕਹਾਏ। ਦਾਸੀ ਤੇ ਇੱਕ ਬਿਦ ਰਹਿ ਜਾਨ, ਤੇ ਇੱਕ ਦਾਸੀ ਤੋਂ ਪੈਦਾ ਹੋਇਆ। ਉਹ ਭਾਈ ਦੇਖੋ ਵੀ ਜਿਹਨੂੰ ਬਿਦਰ ਕਿਹਾ ਜਾਂਦਾ ਹੈ। ਜਿਸ ਨੇ ਕਰੀ ਭਗਤ ਭਗਵਾਨ,
ਜਿਸ ਨੇ ਭਗਵਾਨ ਦੀ ਭਗਤੀ ਕੀਤੀ। ਤੁਮ ਨਹਿ ਮਨ ਮਹਿ ਸ਼ੰਕਾ ਧਾਰੋ। ਇਸ ਕਰਕੇ ਭਾਈ ਕੋਈ ਇਹੋ ਜਿਹਾ ਤੁਸੀਂ ਮਹਾਰਾਜ ਕਹਿੰਦੇ ਮਨ ਵਿੱਚ ਸ਼ੰਕਾ ਨਾ ਧਾਰਨ ਕਰੋ। ਇਹੋ ਸਾਕਾ ਸਲਵਾਨ ਵਿਚਾਰੋ। ਇਹ ਤਾਂ ਕਹਿੰਦੇ ਜੇ ਤੁਸੀਂ ਹੋਰ ਹੈ ਰਾਜਾ ਸਲਵਾਨ ਹੋਇਆ ਹੈ ਉਹਦਾ ਭਾਈ ਤੁਸੀਂ ਸਾਕਾ ਵਿਚਾਰ ਲਓ। ਰਾਜੇ ਸਲਵਾਨ ਉਹਨੇ ਵੀ ਵਿਵਾਹ ਕਰ ਲਿਆ ਸੀ। ਕਹਿ ਸਿੱਖ ਹੇ ਗੁਰ ਕਿਰਪਾ ਨਿਧਾਨ। ਤਾਂ ਸਿੱਖ ਕਹਿੰਦਾ ਹੇ ਕਿਰਪਾ ਨਿਧਾਨ ਸਤਿਗੁਰੂ ਜੀ ਕਿਮ ਸਾਕਾ ਭਾ ਜਗ ਸਲਵਾਨ। ਇਹ ਜਿਹੜਾ ਰਾਜਾ ਸਲਵਾਨ ਹੋਇਆ ਉਹਦਾ ਮਹਾਰਾਜ ਕੀ ਸਾਕਾ ਜਗਤ ਵਿੱਚ ਹੋਇਆ। ਕਹਿ ਸਤਿਗੁਰੂ ਸੁਨੋ ਮਨ ਲਾਈ। ਸਤਿਗੁਰੂ ਜੀ ਕਹਿਣ ਲੱਗੇ ਭਾਈ ਮਨ ਲਾ ਕੇ ਸੁਣ। ਜਿਸ ਤੇ ਤੁਮਰਾ ਭਰਮ ਮਿਟਾਈ। ਜਿਹਦੇ ਨਾਲ ਤੁਹਾਡਾ ਭਰਮ ਜਿਹੜਾ ਹੈ ਉਹ ਮਿਟ ਜਾਵੇਗਾ। ਏਕ ਨਿਰਪਤ ਭਾ ਵੱਡ ਸਲਵਾਨ। ਇੱਕ ਰਾਜਾ ਹੋਇਆ ਬਹੁਤ ਵੱਡਾ ਉਹਦਾ ਨਾਮ ਸਲਵਾਨ ਸੀ। ਰਚਨ ਲੱਗਿਓ ਇੱਕ ਕੋਟ ਮਹਾਨ। ਉਹ ਇੱਕ ਬਹੁਤ ਵੱਡਾ ਕਿਲਾ ਰਚਨ ਲੱਗਿਆ। ਭੀਤ ਉਸਾਰੈ ਨਿਸ ਗਿਰ ਜਾਹੇ। ਤੇ ਕੰਧਾਂ ਉਸਾਰਿਆ ਕਰੇ ਰਾਤ ਨੂੰ ਡਿੱਗ ਜਾਇਆ ਕਰਨ। ਬਹੁਤ ਦਿਵਸ ਇਸ ਭਾਂਤ ਬਿਤਾਏ। ਬਹੁਤ ਦਿਨ ਇਸ ਤਰ੍ਹਾਂ ਹੀ ਲੰਘ ਗਏ। ਵੱਡੇ ਜੋਤਸ਼ੀ ਤਬ ਮੰਗਵਾਏ। ਤੇ ਫਿਰ ਵੱਡੇ ਵੱਡੇ ਜੋਤਸ਼ੀ ਮੰਗਵਾਏ ਗਏ। ਆਸ ਉਪਾਏ ਤੈਨ ਦੀਨ ਬਤਾਏ। ਉਹ ਜੋਤਸ਼ੀਆਂ ਨੇ ਇਸ ਤਰ੍ਹਾਂ ਦਾ ਇਹਨੂੰ ਸਲਵਾਨ ਰਾਜੇ ਨੂੰ ਉਪਾਅ ਦੱਸਿਆ। ਯਵਨ ਕੁਰੇਸ਼ੀ ਬਾਲ ਲਿਆਵੋ। ਕਿ ਇਉਂ ਕਰੋ ਯਵਨ ਕੁਰੇਸ਼ੀ ਪੂਜਾ ਸਮੱਗਰੀ ਹੈ ਜਿਹੜੀ ਉਹ ਕਰਨੀ ਹੈ ਤੇ ਬਾਲ ਇੱਕ ਬਾਲਕ ਲਿਆਵੋ। ਯਵਨ ਕੁਰੇਸ਼ੀ ਯਵਨਾਂ ਦਾ ਯਵਨ ਜਿਹੜੇ ਹੈ ਇਹ ਵੀ ਲਿਖਿਆ ਵੀ ਕੋਈ ਯਵਨ ਜਿਵੇਂ ਮੁਸਲਮਾਨਾਂ ਦੇ ਵਿੱਚ ਵੀ ਹੈ ਵੱਖ-ਵੱਖ ਇਹ ਕੌਮਾਂ ਜਾਤਾਂ ਨੇ। ਉਹ ਬਾਲਕ ਲਿਆਵੋ। ਬਲੀ ਦੇਹੋ ਪੁਨ ਦੁਰਗ ਚੜਾਵੋ। ਤੇ ਉਹਦੀ ਬਲੀ ਦਿਓ ਤੇ ਦੁਰਗਾ ਦੇਵੀ ਨੂੰ ਚੜਾਵੋ। ਸੁਨ ਨ੍ਰਿਪ ਨੇ ਤਤਕਾਲ ਮੰਗਾਇਓ। ਤਾਂ ਉਹ ਰਾਜੇ ਨੇ ਸੁਣ ਕੇ ਤੁਰੰਤ ਹੀ ਉਹ ਮੰਗਵਾ ਲਿਆ ਹੈ। ਬਲੀ ਚੜਾਏ ਦੁਰਗ ਬਨਵਾਇਓ। ਤੇ ਬਲੀ ਚੜਾਤਾ ਤੇ ਕਿਲਾ ਬਣਾ ਲਿਆ। ਨਾਮ ਸਿਆਲ ਕੋਟ ਤਹਿ ਰਾਖਾ। ਉਹਦਾ ਨਾਮ ਸਿਆਲ ਸਲਵਾਨ ਸੀ। ਉਹਦੇ ਨਾਂ ਤੇ ਕਿਲਾ ਰੱਖ ਲਿਆ। ਪੂਰਨ ਭੀ ਨ੍ਰਿਪ ਕੀ ਅਭਿਲਾਖਾ। ਉਸ ਰਾਜੇ ਦੀ ਇੱਛਾ ਅਭਿਲਾਸ਼ਾ ਪੂਰੀ ਹੋਈ। ਜਿਸ ਕਾ ਪੁੱਤਰ ਨ੍ਰਿਪਤ ਥੋ ਹਨ। ਤੋ ਜਿਹਦਾ ਪੁੱਤਰ ਰਾਜੇ ਨੇ ਮਾਰਿਆ ਸੀ ਸੋ ਜਾਤੀ ਭੀ ਅਰਬ ਸਥਾਨਾ। ਉਹ ਅਰਬ ਸਥਾਨ ਅਰਬ ਇਲਾਕੇ ਦੀ ਉਹ ਜਾਤੀ ਸੀ। ਭੂਪਤ ਪਹਿ ਤਹਿ ਜਾਏ ਪੁਕਾਰੀ। ਉਹਨਾਂ ਨੇ ਆਪਣੇ ਰਾਜੇ ਕੋਲ ਜਾ ਕੇ ਪੁਕਾਰਾਂ ਕੀਤੀਆਂ ਵੀ। ਇਹਨਾਂ ਨੇ ਆਉਂ ਸਾਡਾ ਯਵਨਾਂ ਨੇ ਜਾ ਕੇ ਕਿਹਾ ਵੀ ਪੁੱਤਰ ਸਲਵਾਨ ਰਾਜੇ ਨੇ ਬਲੀ ਚੜਾਤਾ ਲਿਆ ਕੇ ਸਾਡੇ ਨਾਲ ਇਹ ਮਾੜੀ ਹੋਈ। ਆਪਣੇ ਰਾਜੇ ਕੋਲੇ ਜਾ ਕੇ ਭੂਪਤ ਪਹਿ ਤਹਿ ਜਾਏ ਪੁਕਾਰੀ ਪੁਕਾਰਾਂ ਕੀਤੀਆਂ। ਮੈਂ ਵਿਧਵਾ ਇੱਕ ਪੁੱਤਰ ਸੁਮਾਰੀ। ਕਿਹਾ ਉਸ ਇਸਤਰੀ ਨੇ ਵੀ ਮੈਂ ਵਿਧਵਾ ਔਰਤਾਂ ਇੱਕੋ ਪੁੱਤਰ ਸੀ ਉਹ ਮੇਰਾ ਪੁੱਤਰ ਮਾਰ ਦਿੱਤਾ। ਸੁਨ ਭੂਪਤ ਤਵ ਕਟਕ ਚੜਾਇਓ। ਤੇ ਉਹ ਰਾਜੇ ਨੇ ਸੁਣ ਕੇ ਫਿਰ ਕਟਕ ਫੌਜਾਂ ਚੜਾ ਦਿੱਤੀਆਂ। ਸੈਲਵਾਨੈ ਢਿੱਗ ਪਹੁੰਚ ਸੋ ਆਇਓ। ਤੇ ਰਾਜੇ ਸਲਮਾਨ ਤੇ ਫੌਜਾਂ ਲੈ ਕੇ ਚੜ ਕੇ ਆ ਗਿਆ। ਸੈਲਵਾਨ ਰਾਜੇ ਕੋਲ ਆ ਪਹੁੰਚਾ। ਘੋਰ ਮਚਿਓ ਸੰਗਰਾਮ ਅਪਾਰਾ। ਬਹੁਤ ਹੀ ਵੱਡਾ ਘੋਰ ਭਿਆਨਕ ਜੰਗ ਮਚਿਆ ਹੈ। ਯਵਨ ਮਰੇ ਕਛ ਅੰਤ ਨ ਪਾਰਾ। ਇਹਦੇ ਵਿੱਚ ਜਿਹੜੇ ਯਵਨ ਸਨ ਉਹ ਚੜ ਕੇ ਆਏ ਬਹੁਤ ਮਰੇ।
ਕੋਈ ਅੰਤ ਨਹੀਂ। ਕਿੰਨਿਆਂ ਕਦੀਆਂ ਮੌਤਾਂ ਹੋਈਆਂ ਇਸ ਜੰਗ ਵਿੱਚ। ਕਈ ਬਰਸ ਲੋ ਜੁੱਧ ਸੋ ਭਇਓ। ਇਹ ਯੁੱਧ ਕੋਈ ਮਹੀਨੇ ਨਹੀਂ, ਦਿਨ ਨਹੀਂ, ਕਈ ਸਾਲ ਚੱਲੀ ਗਿਆ। ਨਹਿ ਪਾਈ ਯਵਨਨ ਕਿਮ ਜਇਓ। ਤੇ ਜਿਹੜੇ ਯਵਨ ਸਨ ਉਹਨਾਂ ਤੋਂ ਕਿਸੇ ਵੀ ਤਰ੍ਹਾਂ ਜਿਹੜੀ ਹੈ ਜਿੱਤ ਨਾ ਪ੍ਰਾਪਤ ਹੋਈ। ਯਵਨਨ ਨਹਿ ਪਾਈ ਯਵਨਨ ਕਿਮ ਜਇਓ। ਯਵਨ ਜੋਤਸ਼ੀਆਂ ਨੂੰ ਵੀ ਕਹਿ ਦਿੱਤਾ ਜਾਂਦਾ ਹੈ। ਯਵਨ ਪਰ ਨਹੀਂ, ਯਵਨ ਇੱਕ ਜਾਤੀ ਹੋਈ ਹੈ ਮੁਸਲਮਾਨਾਂ ਵਿੱਚ। ਉਹ ਜਿੱਤ ਨਾ ਪਾ ਸਕੇ। ਤਬ ਸੈਨਾਪਤ ਯਵਨਨ ਕੇਰਾ। ਉਹਨਾਂ ਯਵਨਾਂ ਦਾ ਜਿਹੜਾ ਸੈਨਾਪਤੀ ਸੀ, ਲੀਨ ਬੁਲਾਏ ਗਨਕ ਤਿਸ ਬੇਰਾ। ਉਹਨੇ ਫਿਰ ਆਪਣੇ ਗਣਕ ਜੋਤਸ਼ੀ ਨੂੰ ਕਹਿੰਦੇ ਆ, ਆਪ ਦੇ ਜਿਹੜੇ ਜੋਤਸ਼ੀ ਸੀ ਉਹ ਮੰਗਵਾ ਲਏ, ਸੱਦ ਲਏ। ਬਹੁ ਧਨ ਦੇ ਕਰ ਪੂਛਤ ਭਇਓ। ਉਹਨਾਂ ਨੂੰ ਬਹੁਤ ਧਨ ਦਿੱਤਾ ਤੇ ਨਾਲ ਪੁੱਛਿਆ ਹੈ, ਤੈਨ ਬਿਪਰਨ ਤਵੇ ਐਸੇ ਕਹਿਓ। ਉਹਨਾਂ ਜੋਤਸ਼ੀਆਂ ਨੇ ਫਿਰ ਇਸ ਤਰ੍ਹਾਂ ਦੱਸਿਆ, ਸੁਨਹੁ ਖਾਨ ਸਾਹਿਬ ਸੱਚ ਹਾਲ। ਵੀ ਇਹ ਖਾਨ ਸਾਹਿਬ ਸੱਚਾ ਗੱਲ ਹਾਲ ਸੁਣ ਲੈ। ਦੁਰਗ ਨਿਕਟ ਇੱਕ ਨਦੀ ਸੋ ਢਾਲ। ਕਿ ਇੱਕ ਦੁਰਗ ਕਿਲੇ ਦੇ ਨੇੜੇ ਨਾ ਇੱਕ ਜਿਹੜੀ ਨਦੀ ਹੈ, ਨਦੀ ਸੋ ਉਹ ਢਾਲ ਬਣੀ ਹੋਈ ਹੈ। ਜੋ ਨ੍ਰਿਪ ਜੋਧਾ ਕਾ ਤਨ ਕਹਾਵੈ। ਜਿਹੜਾ ਕੋਈ ਨ੍ਰਿਪ ਜੋਧਾ, ਕੋਈ ਵੱਡਾ ਰਾਜਾ ਜੋਧਾ ਹੈ, ਉਹਦਾ ਕੋਈ ਸਰੀਰ ਇੱਥੇ ਨਾਸ਼ ਕਰੇ। ਤਾਤ ਕਾਲ ਤਿਸ ਜਲ ਮਹਿ ਪਾਵੈ। ਤੇ ਮਾਰ ਕੇ ਤੁਰੰਤ ਉਸ ਪਾਣੀ ਦੇ ਵਿੱਚ ਪਾ ਦੇਵੇ। ਸੋ ਹੋਵੈ ਤਤ ਸੈਨ ਸਾਵਧਾਨ। ਕਹਿੰਦੇ ਉਹ ਜਾਣੋ ਵੀ ਤਤ ਤੁਰੰਤ ਹੀ ਉਹ ਸਾਵਧਾਨ ਹੋ ਜਾਂਦਾ ਹੈ। ਮਰੈ ਨਹੀਂ ਤੁਮ ਮਰੋ ਮਹਾਨ। ਇਸ ਕਰਕੇ ਮਰਦੇ ਨਹੀਂ, ਤੁਸੀਂ ਬਹੁਤੇ ਮਰੀ ਜਾਂਦੇ ਹੋ। ਸੁਨ ਸੈਨਾਪਤ ਬਹੁਤ ਧਨ ਦਇਓ। ਤਾਂ ਸੈਨਾਪਤੀ ਨੇ ਸੁਣ ਕੇ ਬਹੁਤ ਧਨ ਦਿੱਤਾ। ਕਹਿਓ ਉਪਾਵ ਵਿਜੈ ਬਤ ਲਇਓ। ਕਿ ਜਿਹੜਾ ਇਹ ਉਪਾਵ ਕੀਤੇ ਵੀ ਜਿਹਦੇ ਨਾਲ ਜਿਹੜਾ ਤੁਸੀਂ ਦੱਸਿਆ ਉਹ ਵਿਜੇ ਹੋ ਸਕਦੀ ਹੈ। ਭਏ ਲੋਭ ਵਸ ਵਿਪਰ ਤਦਾਈ। ਉਹ ਜਿਹੜੇ ਬ੍ਰਾਹਮਣ ਜੋਤਸ਼ੀ ਸੀ ਉਹ ਫਿਰ ਲੋਭ ਦੇ ਵਸ ਹੋ ਗਏ ਉਸ ਸਮੇਂ। ਜਿਸ ਤੇ ਹਾਨੀ ਧਰਮ ਸਚਾਈ। ਜਿਹਦੇ ਕਰਕੇ ਜਿਹੜੀ ਹੈ ਧਰਮ ਦੀ ਸੱਚ ਦੀ ਹਾਨੀ ਕੀਤੀ ਉਹਨਾਂ। ਕਹਿਣ ਲੱਗੇ ਜੇ ਜੀਤਨ ਚਾਵੋ। ਕਹਿਣ ਲੱਗੇ ਵੀ ਜੇ ਤੁਸੀਂ ਉਹ ਰਾਜੇ ਨੂੰ ਜਿੱਤਣਾ ਚਾਹੁੰਦੇ ਹੋ, ਤਬ ਤੁਮ ਐਸੀ ਬਿਵਤ ਬਣਾਵੋ। ਤਾਂ ਫਿਰ ਇਹੋ ਜੀ ਤੁਸੀਂ ਬਿਉਂਤ ਬਣਾ ਲਓ। ਬਹੁ ਸੁਰ ਭੀਲੇ ਕਰ ਤੁਮ ਜਾਵੋ। ਬਹੁਤ ਤੁਸੀਂ ਸੁਰਪੀ ਗਊਆਂ ਨੂੰ ਵੀ ਕਹਿੰਦੇ, ਬਹੁਤ ਉਹ ਲੈ ਜਾਵੋ। ਅਮੀ ਨਦੀ ਮਹਿ ਤਿਨਹਿ ਹਤਾਵੋ। ਉਹ ਜਿਹੜੀ ਅਮੀ ਨਦੀ ਹੈ ਉਹ ਅੰਮ੍ਰਿਤ ਨਦੀ ਹੈ, ਜਿਹਦੇ ਵਿੱਚ ਉਹ ਸੁੱਟ ਦਿੰਦੇ ਆ ਜੇ ਕੋਈ ਮਰਿਆ ਹੋ ਜਿਉਂਦਾ ਹੋ ਜਾਂਦਾ ਹੈ। ਤੁਸੀਂ ਬਹੁਤ ਗਊਆਂ ਲੈ ਜਾਓ ਤੇ ਮਾਰ ਕੇ ਨਾ ਅਮੀ ਨਦੀ ਮਹਿ ਤਿਨਹਿ ਉਹਦੇ ਵਿੱਚ ਸੁੱਟ ਦੇਵੋ। ਇਹ ਜੀ ਰਾਇ ਦੇਤੀ ਲੋਭ ਵਸ ਹੋਇਆ ਨੇ। ਤਿਸ ਕੀ ਸ਼ਕਤ ਹੋਏ ਹੈ ਹਾਨ। ਤੇ ਗਊ ਵੱਧ ਜਦੋਂ ਉੱਥੇ ਹੋਊਗਾ ਉਸ ਨਦੀ ਵਿੱਚ ਤਾਂ ਉਹਦੀ ਸ਼ਕਤੀ ਜਿਹੜੀ ਹੈ ਖਤਮ ਹੋ ਜਾਵੇਗੀ। ਜੀਤ ਪਾਹੋਗੇ ਜੰਗ ਨਿਦਾਨ। ਤਾਂ ਤੁਸੀਂ ਇਹ ਜਿਹੜਾ ਜੰਗ ਅੰਤ ਨੂੰ ਜਿੱਤ ਜਾਵੋਗੇ। ਸੁਣ ਕਰ ਤੈਸੇ ਹੀ ਤੈਨ ਕਰਿਓ। ਇਹ ਸੁਣ ਕੇ ਫਿਰ ਉਹ ਯਵਨਾਂ ਦੇ ਜਿਹੜੇ ਰਾਜੇ ਸਨ, ਫੌਜ ਮੁਖੀ ਯਵਨ ਫੌਜ, ਉਹਨਾਂ ਨੇ ਇਸੇ ਤਰ੍ਹਾਂ ਹੀ ਕੀਤਾ। ਹਤੀ ਫੌਜ ਸਲਵਾਨਹਿ ਫਰਿਓ। ਤੇ ਫਿਰ ਉਹ ਜਦੋਂ ਮੁੜ ਕੇ ਸਲਵਾਨਾਂ ਦੀ ਜਿਹੜੀ ਸਲਵਾਨ ਰਾਜੇ ਦੀ ਫੌਜ ਉਹ ਮਾਰਤੀ ਤੇ ਰਾਜਾ ਸਲਵਾਨ ਫੜ ਲਿਆ। ਕੋ ਕਹਿ ਇਸ ਕੋ ਅਰਬ ਲਜਾਈ। ਕੋਈ ਕਹਿੰਦੇ ਵੀ ਆਓ ਕਰੋ ਇਹਨੂੰ ਅਰਬ ਦੇਸ਼ ਵਿੱਚ ਲੈ ਕੇ ਚੱਲੋ। ਤੇ ਮਾਰੇਂਗੇ ਦੇਹ ਸਜਾਈ। ਉੱਥੇ ਇਹਨੂੰ ਸਜ਼ਾ ਦੇ ਕੇ ਮਾਰਾਂਗੇ। ਕੋ ਕਹਿ ਅਬ ਹੀ ਇਸੇ ਹਨਾਵੋ।
ਤੇ ਕੋਈ ਵਿੱਚੋਂ ਇਹ ਕਹਿੰਦਾ ਨਹੀਂ ਇਹਨੂੰ ਹੁਣੇ ਹੀ ਮਾਰ ਦੇਵੋ। ਸਵਾਨਨ ਤੇ ਇਸ ਦੇਹ ਤੁਰਾਵੋ, ਇਹਦੇ ਸਰੀਰ ਨੂੰ ਕੁੱਤਿਆਂ ਤੋਂ ਪੜਵਾ ਦਿਓ, ਕੁੱਤੇ ਭਾਵ ਛੱਡ ਦਿਓ ਇਹਦੇ ਸਰੀਰ ਤੇ, ਉਹ ਇਹਦਾ ਮਾਸ ਖਿੱਚ ਖਿੱਚ ਮਾਰ ਦੇਣ। ਤਾਂ ਮੈਂ ਹੁਤੇ ਜੋ ਬਹੁਤ ਸਿਆਣੇ, ਤੇ ਫਿਰ ਉਹਨਾਂ ਦੇ ਵਿੱਚ ਜਿਹੜੇ ਬਹੁਤੇ ਸਿਆਣੇ ਸਨ, ਤਿੰਨ ਨੇ ਔਰ ਬਿਉਂਤ ਬਖਾਨੇ, ਉਹਨਾਂ ਨੇ ਹੋਰ ਬਿਉਂਤ ਜਿਹੜੀ ਹੈ ਉਹ ਦੱਸੀ ਹੈ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ। ਇੱਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਤ੍ਰਿਤੀਯ ਮਹੱਲੇ, ਤੀਜੇ ਮਹੱਲੇ ਦੇ ਭਾਈ ਖੇਡੇ ਔਰ ਸੱਚਨ ਸੱਚ ਪ੍ਰਸੰਗ ਵਰਣਨ ਨਾਮ ਪੰਚਦਸਮੋ ਮੰਦਰ ਹੈ। ਇਹਦੇ ਪ੍ਰਸੰਗ 15ਵੇਂ ਘਰ ਦੇ ਇਹ ਪ੍ਰਸੰਗ ਹੈ, ਜਿਹਦੇ ਵਿੱਚ ਭਾਈ ਖੇਡੇ ਦਾ ਜਿਹੜਾ ਪ੍ਰਸੰਗ ਉਹ ਕੱਲ ਆ ਗਿਆ ਸੀ। ਅੱਜ ਭਾਈ ਸੱਚਨ ਸੱਚ ਦਾ ਪ੍ਰਸੰਗ ਤੇ ਸਲਵਾਨ ਰਾਜੇ ਦਾ ਥੋੜਾ ਪ੍ਰਸੰਗ ਆਇਆ ਹੈ, ਦੋ ਹੋਰਾ। ਹੁਣ ਅੱਗੇ 16ਵੇਂ ਘਰ ਵਿੱਚ ਉਹ ਅਗਲੀ ਸਾਰੀ ਕਥਾ ਦੱਸਦੇ ਹਨ। ਪੁਨ ਸਿੱਖ ਪੁੱਛੈ ਹੇ ਗੁਰੂ, ਸਲਵਾਨੈ ਕਿਆ ਕੀਨ। ਫਿਰ ਉਹ ਸਿੱਖ ਪੁੱਛਦੇ ਵੀ ਹੇ ਮਹਾਰਾਜ ਜੀ, ਜਿਹੜਾ ਰਾਜਾ ਸਲਵਾਨ ਸੀ ਉਹ ਫੜ ਲਿਆ, ਫਿਰ ਉਹਨੇ ਕੀ ਕੀਤਾ। ਸੁਨ ਸਤਿਗੁਰੂ ਸੁਨਾਏ ਹੈ, ਸੁਨੈ ਸਿੱਖ ਪਰਬੀਨ। ਇਹ ਸੁਣ ਕੇ ਸਤਿਗੁਰੂ ਅਮਰਦਾਸ ਜੀ ਸੁਣਾ ਰਹੇ ਨੇ ਤੇ ਸਿਆਣੇ ਪ੍ਰਵੀਨ ਚਤੁਰ ਸਿੱਖ ਸੁਣ ਰਹੇ ਹਨ। ਚੌਪਈ ਤਬ ਸਿਆਨਨ ਨੇ ਐਸ ਅਲਾਇਓ, ਤਾਂ ਵਿੱਚ ਸਿਆਣੇ ਕੁਛ ਉਹਨਾਂ ਨੇ ਇਸ ਤਰ੍ਹਾਂ ਕਿਹਾ, ਨ੍ਰਿਪ ਮਰਨੇ ਤੇ ਕੱਛ ਨਾ ਬਸਾਇਓ। ਕਹਿੰਦੇ ਰਾਜੇ ਦੇ ਮਰਨ ਨਾਲ ਨਹੀਂ ਕੁਝ ਵੀ ਬਸਾਇਓ, ਕੋਈ ਗੱਲ ਕੋਈ ਵੀ ਕਹਿੰਦੇ ਤੁਹਾਡਾ ਫਾਇਦਾ ਨਹੀਂ। ਇਸ ਤੇ ਲੇਹੋ ਭਲੇ ਤਕਰਾਰ, ਇਹ ਤੋਂ ਕਹਿੰਦੇ ਭਲੀ ਪ੍ਰਕਾਰ ਸਾਰਾ ਕੁਝ ਪੁੱਛੋ, ਜਿਵੇਂ ਵੀ ਜੋ ਇਹ ਜਾਣਦਾ। ਜਿਸ ਤੇ ਵਧੈ ਨਾ ਹਿੰਦ ਅਪਾਰ, ਜਿਹਦੇ ਨਾਲ ਜਿਹੜਾ ਇਹ ਹਿੰਦ ਹੈ, ਇਲਾਕਾ ਹੈ, ਇਹ ਬਹੁਤਾ ਵਧੇ ਨਾ। ਇਮ ਵਿਚਾਰ ਕਰ ਨ੍ਰਿਪੈ ਸੁਨਾਇਓ, ਤਾਂ ਇਸ ਤਰ੍ਹਾਂ ਵਿਚਾਰ ਕਰਕੇ ਫਿਰ ਉਹ ਜਮਨਾ ਦੇ ਰਾਜੇ ਨੇ ਕਿਹਾ, ਜੇ ਕਰ ਜੀਵਤ ਜਗ ਮਹਿ ਚਾਇਓ। ਵੀ ਆ ਰਾਜੇ ਸਲਵਾਨ, ਜੇ ਤੂੰ ਜਗਤ ਵਿੱਚ ਜਿਉਂਦਾ ਰਹਿਣਾ ਚਾਹੁੰਦਾ ਹੈ, ਤੋ ਹਮ ਜੈਸੇ ਕਹਿ ਬਨਾਏ, ਤਾਂ ਫਿਰ ਅਸੀਂ ਜਿਵੇਂ ਤੈਨੂੰ ਕਹਿ ਕੇ ਦੱਸ ਰਹੇ ਹਾਂ, ਤੈਸੇ ਸਾਕਾ ਦੇਹੁ ਚਲਾਏ। ਉਸੇ ਤਰ੍ਹਾਂ ਸਾਰਾ ਜਿਹੜਾ ਸਾਕਾ ਹੈ ਉਹ ਤੂੰ ਚਲਾ। ਸੁਨ ਨ੍ਰਿਪ ਜਾਨ ਪਿਆਰੀ ਕੀਨੀ। ਇਹ ਸੁਣ ਕੇ ਸਲਵਾਨ ਰਾਜੇ ਨੇ ਆਪਣੀ ਜਾਨ ਪਿਆਰੀ ਕਰ ਲਈ। ਹਿੰਦ ਧਰਮ ਕੀ ਲਾਜ ਨ ਚੀਨੀ, ਹਿੰਦ ਵਾਸੀਆਂ ਦੇ ਧਰਮ ਦੀ ਲੱਜਾ ਨਾ ਉਸਨੇ ਜਾਣੀ। ਕਹਿਣ ਲੱਗਿਓ ਜੇ ਤਜ ਦੇਹੁ ਮੋਹੀ, ਉਹ ਕਹਿਣ ਲੱਗਿਆ ਵੀ ਜੇ ਤੁਸੀਂ ਮੈਨੂੰ ਛੱਡ ਦੇਵੋ, ਜਸ ਕਹੋ ਸਾਕਾ ਚੱਲ ਹੈ ਸੋਈ। ਜਿਵੇਂ ਤੁਸੀਂ ਕਹੋਗੇ ਉਸੇ ਤਰ੍ਹਾਂ ਸਾਰਾ ਸਾਕਾ ਚੱਲੇਗਾ। ਅਹਿਦ ਨਾਮ ਤਿਸ ਐਸ ਲਿਖਾਇਓ, ਤਾਂ ਫਿਰ ਉਹਨੇ ਅਹਿਦਨਾਮਾ ਲਿਖਵਾਇਆ ਇਸ ਤਰ੍ਹਾਂ ਇੱਕ ਪ੍ਰਮਾਣ ਪੱਤਰ। ਪ੍ਰਿਥਮੈ ਵਿਧਵਾ ਵਿਆਹ ਹਟਾਇਓ, ਸਾਰਿਆਂ ਤੋਂ ਪਹਿਲਾਂ ਤੋਂ ਕਹਿੰਦੇ ਵੀ ਸਲਵਾਨ ਤੂੰ ਇਹ ਮਤਾ ਪਾਸ ਕਰਨਾ ਹੈ ਕਿ ਹਿੰਦੁਸਤਾਨ ਹਿੰਦ ਵਾਸੀਆਂ ਵਿੱਚ ਵਿਧਵਾ ਵਿਆਹ ਨਹੀਂ ਹੋਵੇਗਾ। ਸਭ ਤੋਂ ਪਹਿਲਾਂ ਵਿਧਵਾ ਵਿਆਹ ਹਟਾਇਆ ਹੈ। ਪੁਨ ਨਿਜ ਗੋਤ ਬਿਖੈ ਜੋ ਵਿਆਹੋ, ਫਿਰ ਕੋਈ ਆਪਣੇ ਨਿਜ ਗੋਤ ਕੌਮ ਵਿੱਚ ਕੋਈ ਵਿਆਹੁੰਦਾ ਹੈ। ਹਿੰਦ ਮਾਹੇ ਨਹਿ ਕਰੈ ਕਦਾਹੂ, ਇਉਂ ਜਿਹੜਾ ਹੈ ਹਿੰਦੁਸਤਾਨ ਦੇ ਵਿੱਚ ਹਿੰਦ ਵਾਸੀ ਕਦੇ ਵੀ ਇਹ ਨਾ ਕਰਨ। ਮਾਤ ਭਰਾਤ ਤਨ ਜਾ ਨਾ ਵਿਆਹੂ, ਇਉਂ ਭਾਈ ਮਾਤ ਭਰਾਤ ਤਨ ਜਾ, ਮਾਂ ਪੁੱਤ ਭਰਾ ਤੇ ਤਨਜਾ ਭੈਣ ਜਿਹੜੇ ਇਸਤਰੀ ਹੈ, ਇਹਦਾ ਕੋਈ ਵੀ ਇਸ ਤਰ੍ਹਾਂ ਜਿਹੜਾ ਹੈ ਵਿਵਾਹ ਨਹੀਂ ਕਰਨਾ। ਪੌਣ ਮਾਸੀ ਕੀ ਸੁਤਾਤ ਜਾਹੂ,
ਫਿਰ ਜਿਹੜਾ ਹੈ ਵੀ ਜਿਵੇਂ ਹੁਣ ਮੁਸਲਮਾਨਾਂ ਵਿੱਚ ਉਹ ਕਰੀ ਜਾਂਦੇ ਨੇ ਵਿਵਾਹ ਘਰਾਂ ਦੇ ਵਿੱਚ ਹੀ, ਕਿ ਮਾਸੀ ਦੀ ਜਿਹੜੀ ਲੜਕੀ ਹੈ ਉਹ ਛੱਡਣੀ, ਭਾਵ ਉਹ ਕਹਿੰਦੇ ਵੀ ਸਾਡੀਆਂ ਰੀਤਾਂ ਦੇ ਮੁਤਾਬਕ ਜਿਹੜਾ ਹੈ। ਹੁਣ ਇੱਥੇ ਸਲਵਾਨ ਰਾਜੇ ਦੇ ਪ੍ਰਸੰਗ ਵਿੱਚ ਸੰਤ ਰੇਣ ਜੀ ਦੱਸਦੇ ਪਹਿਲਾਂ ਇਹੋ ਜਿਹਾ ਕੁਝ ਹੁੰਦਾ ਸੀ, ਉਹ ਤੁਸੀਂ ਭਾਈ ਸੁਤਾ ਮਾਸੀ ਦੀ ਲੜਕੀ ਉਹ ਵੀ ਛੱਡਣੀ ਹੈ। ਪਿਤ ਭਗਨੀ ਕੀ ਤਨ ਜਾ ਜੋਏ, ਤੇ ਜਿਹੜੀ ਪਿਤਾ ਦੀ ਭਗਨੀ ਭੈਣ ਹੈ ਉਸ ਦੀ ਜੋ ਤਨਜਾ ਪੁੱਤਰੀ ਹੈ, ਕਰੋ ਨਾ ਵਿਆਹੇ ਤਾਹੇ ਸੰਗ ਕੋਏ, ਉਹਦੇ ਨਾਲ ਕੋਈ ਇਸ ਤਰ੍ਹਾਂ ਦਾ ਵਿਵਾਹ ਨਹੀਂ ਕਰਨਾ। ਪੁਨ ਆਮਿਖ ਮੋਮਨ ਕਰ ਕੇਰਾ, ਫਿਰ ਜਿਹੜਾ ਮਾਸ ਹੈ ਕਾਫਰਾਂ ਦਾ ਜਿਵੇਂ ਉਹ ਤਿਆਰ ਕਰਦੇ ਹਨ, ਕਰੈ ਭਖ ਹਿੰਦੂ ਬਿਨ ਦੇਰਾ, ਤੇ ਹਿੰਦੂ ਜਿਹੜੇ ਨੇ ਬਿਨਾਂ ਦੇਰੀ ਤੋਂ ਇਹ ਖਾਣਾ ਸ਼ੁਰੂ ਕਰਨ। ਅਸ ਬਹੁ ਸ਼ਰਤੈ ਲੀਨ ਲਿਖਾਈ, ਇਸ ਤਰ੍ਹਾਂ ਦੀਆਂ ਬਹੁਤ ਸ਼ਰਤਾਂ ਜਿਹੜੀਆਂ ਨੇ ਉਹ ਲਿਖਾ ਲਈਆਂ। ਪੁਨ ਸਲਵਾਨਹਿ ਦੀਨ ਮੁਚਾਈ, ਤੇ ਫਿਰ ਸਲਵਾਨ ਰਾਜੇ ਨੂੰ ਛੱਡ ਦਿੱਤਾ। ਸਾਕਾ ਸੈਲਵਾਨ ਚਲਵਾਇਓ, ਤੇ ਇਉਂ ਜਿਹੜਾ ਸਾਕਾ ਸੀ ਸੰਮਤ ਆਪਦਾ ਉਹ ਸੈਲਵਾਨ ਰਾਜੇ ਤੋਂ ਚਲਵਾਇਆ। ਜੋ ਲਿਖ ਦੀਨ ਹਿੰਦ ਪ੍ਰਗਟਾਇਓ, ਜਿਹੜਾ ਉਹਨਾਂ ਨੇ ਲਿਖ ਕੇ ਦਿੱਤਾ ਇਹਨੇ ਫਿਰ ਹਿੰਦ ਵਾਸੀਆਂ ਵਿੱਚ ਉਹ ਚਲਾਤਾ, ਪ੍ਰਗਟ ਕਰ ਦਿੱਤਾ। ਤਿਸ ਦਿਨ ਤੇ ਇਸ ਹਿੰਦ ਮਝਾਰੀ, ਉਸ ਦਿਨ ਤੋਂ ਮਹਾਰਾਜ ਕਹਿੰਦੇ ਭਾਈ ਇਹ ਹਿੰਦੁਸਤਾਨ ਵਿੱਚ ਟੋਟੋ ਪਰਿਓ ਅਨੇਕ ਪ੍ਰਕਾਰੀ, ਅਨੇਕਾਂ ਤਰ੍ਹਾਂ ਦੇ ਇਹੋ ਜਿਹੇ ਘਾਟੇ ਪਏ। ਏਕ ਸਮੇਂ ਪੁਨ ਹਿੰਦਨ ਮਾਹੇ, ਇੱਕ ਸਮਾਂ ਸੀ ਕਿ ਹਿੰਦੁਸਤਾਨ ਦੇ ਵਿੱਚ ਤਿੰਨ ਵਿਪਰਨ ਕੋ ਦੰਡ ਲਗਾਹੇ, ਇਹਨੇ ਫਿਰ ਬ੍ਰਾਹਮਣਾਂ ਨੂੰ ਵੀ ਦੰਡ ਲਗਾਇਆ ਹੈ, ਸਜ਼ਾ ਲਾਈ। ਜਿਸਨੇ ਸੁਰ ਭੀ ਵੱਧ ਕਰਵਾਈ, ਜਿਸਨੇ ਸੁਰ ਭੀ ਗਊ, ਜਿਨ੍ਹਾਂ ਨੇ ਗਊਆਂ ਵੱਧ ਕਰਵਾਈਆਂ ਸਨ। ਹਿੰਦ ਧਰਮ ਕੋ ਦੀਨ ਘਟਾਈ, ਤੇ ਹਿੰਦ ਵਾਸੀਆਂ ਦੇ ਧਰਮ ਨੂੰ ਘਟਾਇਆ। ਦੰਡ ਧਰਮ ਕੋ ਤਿਨ ਨਹਿ ਮਾਨਿਓ, ਉਹਨਾਂ ਨੇ ਫਿਰ ਧਰਮ ਦਾ ਦੰਡ ਜਿਹੜਾ ਸੀ ਉਹ ਮੰਨਿਆ ਨਾ। ਆਪਨ ਧਰਮ ਪੁਨ ਕੀਨ ਸਹਾਨਿਓ, ਤੇ ਫਿਰ ਆਪਣੇ ਧਰਮ ਨੂੰ ਦੀ ਹੀਣਤਾ ਕੀਤੀ, ਹਾਨਤ ਕੀਤਾ, ਹਾਨਣਾ ਨਾਸ਼ ਕੀਤਾ। ਭਾਖਿਆ ਪੜ ਕਰ ਤੁਰਕ ਸੁਥਾਏ, ਤੇ ਉਹ ਜਿਹੜੀ ਭਾਖਿਆ ਤੁਰਕਾਂ ਵਾਲੀ ਸੀ ਉਹ ਪੜ ਕਰਕੇ ਅਵੈ ਹੁਸੈਨੀ ਜੋ ਕਹਾਏ। ਮਹਾਰਾਜ ਕਹਿੰਦੇ ਫਿਰ ਉਹ ਲੋਕ ਨੇ ਜਿਹੜੇ ਹੁਣ ਆਪਣੇ ਆਪ ਨੂੰ ਹੁਸੈਨੀ ਕਹਾਉਂਦੇ ਹਨ। ਸੁਨ ਸਤਿਗੁਰ ਤੇ ਅਸ ਵਿਦ ਜਵੈ, ਇਸ ਤਰ੍ਹਾਂ ਗੁਰੂ ਸਾਹਿਬ ਜੀ ਤੋਂ ਸੁਣ ਕਰਕੇ ਸਤਿਗੁਰ ਚਰਨ ਲੱਗੇ ਸਿੱਖ ਤਵੈ, ਸਤਿਗੁਰੂ ਜੀ ਦੇ ਚਰਨਾਂ ਵਿੱਚ ਸਿੱਖ ਫਿਰ ਜੁੜ ਗਏ। ਧੰਨ ਗੁਰੂ ਧਰਮ ਅਵਤਾਰ, ਇਹ ਗੁਰੂ ਸਾਹਿਬ ਜੀ ਤੁਸੀਂ ਧੰਨ ਧਰਮ ਅਵਤਾਰ ਹੋ। ਕਰੋ ਧਰਮ ਕੀ ਸਦ ਪ੍ਰਤਿਪਾਰ, ਜੋ ਤੁਸੀਂ ਹਮੇਸ਼ਾ ਧਰਮ ਦੀ ਪ੍ਰਤਪਾਲਣਾ ਕਰਦੇ ਹੋ। ਅਬ ਹਮਨੇ ਸਭ ਵਿਦ ਲੀ ਜਾਨੀ, ਹੁਣ ਅਸੀਂ ਸਾਰੀ ਇਹ ਵਿਦ ਜਿਹੜੀ ਆ ਰੀਤੀ ਜਾਣ ਲਈ। ਹਮਰੇ ਮਨ ਕੀ ਮਿਟੀ ਗਿਲਾਨੀ, ਇਹ ਸਾਡੇ ਜਿਹੜੇ ਮਨ ਦੀ ਗਲਾਨੀ ਸੀ ਉਹ ਮਹਾਰਾਜ ਦੂਰ ਹੋ ਗਈ। ਪੁਨਰ ਵਿਆਹੇ ਅਬ ਇਸਕਾ ਹੋਵੈ, ਇਹਦਾ ਹੁਣ ਪੁਨਰ ਵਿਆਹ ਵਿਧਵਾ ਵਿਆਹ ਇਸ ਲੜਕੀ ਦਾ ਹੋਵੇ। ਨਿਜ ਹਜੂਰ ਕਰਹੁ ਸਿੱਖ ਜੋਵੈ, ਤੇ ਮਹਾਰਾਜ ਫਿਰ ਤੁਸੀਂ ਹੁਣ ਆਪਣੀ ਹਜ਼ੂਰੀ 'ਚ ਹੀ ਕਰੋ ਤਾਂ ਕਿ ਸਾਰੇ ਸਿੱਖ ਵੇਖ ਲੈਣ। ਸੁਣ ਸਤਿਗੁਰ ਸਿੱਖਨ ਕੀ ਬਿਨੇ, ਇਹ ਸੁਣ ਕੇ ਸਤਿਗੁਰਾਂ ਦੀ ਬੇਨਤੀ ਗੁਰੂ ਪਾ, ਇਹ ਸੁਣ ਸਤਿਗੁਰੂ ਜੀ ਸਿੱਖਾਂ ਦੀ ਬੇਨਤੀ ਸੁਣੀ। ਤਬ ਸ੍ਰੀ ਰਾਮਦਾਸ ਸੰਗ ਭਨੇ, ਤਾਂ ਸ੍ਰੀ ਗੁਰੂ ਰਾਮਦਾਸ ਜੀ ਨੂੰ ਫਿਰ ਬਚਨ ਕੀਤਾ। ਹੇ ਪੁਰਖਾ ਇਨ ਆਨੰਦ ਪੜਾਵੋ, ਵੀ ਹੇ ਪੁਰਖਾ ਹੁਣ ਇਹਨਾਂ ਦਾ ਆਨੰਦ ਪੜਾ, ਵਿਵਾਹ ਕਰੋ ਇਹਨਾਂ ਦਾ।
ਗੁਰ ਸਿੱਖਨ ਮਹਿ ਰੀਤ ਚਲਾਵੋ। ਇਹ ਵਿਧਵਾ ਵਿਆਹ ਦੀ ਰੀਤੀ ਗੁਰਸਿੱਖਾਂ ਦੇ ਵਿੱਚ ਚਲਾ ਦੇਵੋ। ਸੁਣ ਸ੍ਰੀ ਰਾਮਦਾਸ ਤਿਸ ਕਾਲ। ਇਹ ਸੁਣ ਕੇ ਸ੍ਰੀ ਗੁਰੂ ਰਾਮਦਾਸ ਜੀ ਨੇ ਉਸ ਸਮੇਂ ਬਚਨ ਕੀਨ ਸਿੱਖ ਸਿੱਖਣੀ ਨਾਲ। ਭਾਈ ਸੱਚਨ ਸੱਚ ਤੇ ਉਸ ਇਸਤਰੀ ਨਾਲ ਸਿੱਖ ਸਿੱਖਣੀ ਨਾਲ ਫਿਰ ਇਹ ਬਚਨ ਕੀਤੇ। ਪ੍ਰਥਮਹਿ ਜੁਗ ਇਸ਼ਨਾਨ ਕਰੀਜੈ। ਵੀ ਪਹਿਲਾਂ ਤਾਂ ਭਾਈ ਤੁਸੀਂ ਦੋਵੇਂ ਇਸ਼ਨਾਨ ਕਰੋ। ਪੁਨਹ ਨਵੀਨ ਬਸਨ ਪਹਿਰੀਜੈ। ਤੇ ਫਿਰ ਤੁਸੀਂ ਨਵੇਂ ਬਸਤਰ ਪਹਿਨਣੇ ਹਨ। ਕਰ ਇਸ਼ਨਾਨ ਬਸਤਰ ਪਹਿਨਾਏ। ਇਸ਼ਨਾਨ ਕੀਤਾ ਫਿਰ ਉਹਨਾਂ ਦੇ ਨਵੇਂ ਬਸਤਰ ਪਹਿਨਾ ਦਿੱਤੇ। ਸਤਿਗੁਰ ਕੇ ਹਜੂਰ ਬਠਲਾਏ। ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬਿਠਾ ਦਿੱਤੇ। ਪੰਚਾਮ੍ਰਿਤ ਕਰ ਬਹੁ ਮਗਵਾਇਓ। ਪੰਜ ਅੰਮ੍ਰਿਤ ਤਿਆਰ, ਕੜਾ ਪ੍ਰਸ਼ਾਦ ਤਿਆਰ ਕਰਕੇ ਬਹੁਤ ਮੰਗਵਾਇਆ ਹੈ। ਪੁਨ ਕੇਸਰ ਮੰਗਵਾਏ ਕੁਲਹਾਇਓ। ਫਿਰ ਭਾਈ ਕੇਸਰ ਮੰਗਵਾ ਕੇ ਉਹ ਵੀ ਘੋਲਿਆ ਸੁਗੰਧੀ ਲਈ। ਸਤਿਗੁਰ ਨਿਜ ਕਰ ਚਾਦਰ ਦੀਨ। ਤੇ ਗੁਰੂ ਸਾਹਿਬ ਨੇ ਆਪਣੇ ਹੱਥੀਂ ਇੱਕ ਚਾਦਰ ਦਿੱਤੀ। ਰਾਮਦਾਸ ਕੇਸਰ ਸੰਗ ਭੀਨ। ਗੁਰੂ ਰਾਮਦਾਸ ਮਹਾਰਾਜ ਨੇ ਉਹਨੂੰ ਕੇਸਰ ਦੇ ਵਿੱਚ ਭਿਓਇਆ ਹੈ। ਪੁਨ ਅਰਦਾਸਾ ਕੀਨ ਬਨਾਏ। ਫਿਰ ਭਾਈ ਬਣਾ ਕਰ ਅਰਦਾਸ ਕੀਤੀ ਹੈ। ਹੇ ਸਤਿਗੁਰ ਜੀ ਹੋ ਸਹਾਏ। ਹੇ ਸਤਿਗੁਰੂ ਜੀ ਕਿਰਪਾ ਕਰੋ, ਤੁਸੀਂ ਸਹਾਈ ਹੋਵੋ। ਪਾਠ ਆਨੰਦ ਪੁਨ ਕਿਰਪਾ ਨਿਧਾਨ। ਇਉਂ ਆਨੰਦ ਪੜਿਆ ਜਾਵੇ, ਹੇ ਕਿਰਪਾ ਨਿਧਾਨ। ਜਦੋਂ ਆਨੰਦ ਪੜਿਆ ਹੈ ਫਿਰ ਉਸ ਤੋਂ ਬਾਅਦ ਪੁਨ ਫਿਰ ਕਿਰਪਾ ਦੇ ਖਜ਼ਾਨੇ। ਚਾਦਰ ਡਾਰੀ ਜੁਗ ਪਾਰਿਆਨ। ਉਹ ਚਾਦਰ ਦੋਹਾਂ ਦੇ ਉੱਤੇ ਪਾ ਦਿੱਤੀ। ਗੁਰ ਦਰਬਾਰ ਮਾਹੇ ਤਿਸ ਬੇਰ। ਗੁਰੂ ਦਰਬਾਰ ਦੇ ਵਿੱਚ ਫਿਰ ਇਸ ਤਰ੍ਹਾਂ ਹੋਤ ਭਇਓ ਉਤਸ਼ਾਹ ਵਡੇਰ। ਬਹੁਤ ਵੱਡਾ ਉਤਸ਼ਾਹ ਹੋਇਆ ਹੈ। ਅਰਦਾਸਾ ਕਰ ਪੁਨ ਹਿਤ ਨਾਲਾ। ਪੂਰੇ ਪ੍ਰੇਮ ਨਾਲ ਅਰਦਾਸ ਕੀਤੀ। ਬੰਦਿਓ ਬਹੁ ਕੜਾਹਾ ਤਿਸ ਕਾਲਾ। ਕੜਾਹ ਪ੍ਰਸ਼ਾਦ ਜਿਹੜਾ ਹੈ ਬਹੁਤ ਵਰਤਾਇਆ ਹੈ। ਸੱਚਨ ਸੱਚ ਗੁਰ ਨਿਕਟ ਬੁਲਾਏ। ਫਿਰ ਭਾਈ ਸੱਚਨ ਸੱਚ ਜੀ ਨੂੰ ਕੋਲ ਸੱਦਿਆ। ਸ੍ਰੀ ਮੁਖ ਬਚਨ ਕਹੇ ਅਸ ਭਾਏ। ਇਸ ਤਰ੍ਹਾਂ ਆਪਣੇ ਸੁਭਾਏਮਾਨ ਮੁਖ ਤੋਂ ਮਹਾਰਾਜ ਨੇ ਬਚਨ ਕਹੇ। ਹੇ ਸਿੱਖ ਪੂਰਨ ਭੀ ਤਵ ਕਾਲ। ਵੀ ਐ ਭਾਈ ਸਿੱਖਾ ਤੇਰੀ ਘਾਲ ਕਮਾਈ ਪੂਰੀ ਹੋ ਗਈ। ਸੋ ਪਨਹੀ ਦੇ ਕਹਿਓ ਕਿਰਪਾਲ। ਉਹ ਫਿਰ ਆਪਣਾ ਜੋੜਾ ਦੇ ਕੇ ਕਿਰਪਾਲੂ ਸਤਿਗੁਰੂ ਜੀ ਨੇ ਕਿਹਾ। ਕਹਿਓ ਕਿ ਜਿਸ ਰੋਗੀ ਧਨ ਲਾਵੇ। ਕਿਹਾ ਵੀ ਇਸ ਤਰ੍ਹਾਂ ਦੇ ਜਿਹੜੇ ਵੀ ਰੋਗੀ ਦੇ ਇਹ ਤਨ ਸਿਰ ਨੂੰ ਲਾਵੋਗੇ। ਤਾਤ ਕਾਲ ਤਿਸ ਰੋਗ ਨਸਾਵੇ। ਤੁਰੰਤ ਉਸ ਦਾ ਰੋਗ ਜਿਹੜਾ ਉਹ ਨਸ ਜਾਵੇਗਾ। ਸਤ ਨਾਮ ਦੇ ਬਿਦਾ ਸੋ ਕੀਨਾ। ਸੱਚਾ ਨਾਮ ਬਖਸ਼ਿਸ਼ ਕਰਕੇ ਫਿਰ ਵਿਦਾ ਕਰ ਦਿੱਤਾ। ਲੈ ਆਇਸ ਚੱਲਿਓ ਰੰਗ ਪੀਨਾ। ਇਉਂ ਪ੍ਰੇਮ ਰੰਗ ਵਿੱਚ ਭੱਜਿਆ ਹੋਇਆ ਆਗਿਆ ਲੈ ਕੇ ਭਾਈ ਸੱਚਨ ਸੱਚ ਚਲਿਆ ਗਿਆ। ਗੁਰ ਸਿੱਖੀ ਲੰਮੇ ਪ੍ਰਗਟਾਈ। ਪਾਕਿਸਤਾਨ ਦੇ ਵਿੱਚ ਸੀ ਲੰਮਾ ਦੇਸ਼, ਨੱਕਾ ਦੇਸ਼। ਉਹ ਲੰਮੇ ਦੇਸ਼ ਦੇ ਵਿੱਚ ਫਿਰ ਸਿੱਖੀ ਦਾ ਪ੍ਰਚਾਰ ਕੀਤਾ। ਸੱਚਨ ਸੱਚ ਅਬ ਲਓ ਜਗ ਗਾਈ। ਹੁਣ ਤੱਕ ਭਾਈ ਜਗਤ ਵਿੱਚ ਸੱਚਨ ਸੱਚ ਕਿਹਾ ਜਾਂਦਾ ਹੈ। ਅਸ ਸਿੱਖ ਸਤਿਗੁਰ ਬਹੁ ਨਿਸਤਾਰੇ। ਇਸ ਤਰ੍ਹਾਂ ਭਾਈ ਬਹੁਤ ਸਤਿਗੁਰਾਂ ਨੇ ਸਿੱਖਾਂ ਨੂੰ ਤਾਰਿਆ। ਪਤਤ ਸੁਭਾਵਨ ਬਿਰਦ ਸੰਭਾਰੇ। ਉਹ ਬਿਰਦ ਨੂੰ ਸੰਭਾਲਿਆ ਜਿਹੜਾ ਬਿਰਦ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਐਸਾ ਸਤਿਗੁਰ ਜੋ ਨਹਿ ਧਿਆਵੇ। ਹੁਣ ਐਡੇ ਪਰਉਪਕਾਰੀ ਸਤਿਗੁਰੂ ਭਾਈ ਜਿਹੜੇ ਐਸੇ ਸਤਿਗੁਰੂ ਨੂੰ ਨਹੀਂ ਧਿਆਉਂਦੇ। ਕਹੋ ਜਗ ਮਹਿ ਕੈਸੇ ਸੁਖ ਪਾਵੇ।
ਦੱਸੋ ਉਹ ਜਗਤ ਦੇ ਵਿੱਚ ਫਿਰ ਕਿਵੇਂ ਸੁੱਖ ਪਾ ਲੈਣਗੇ। ਸਿੱਖ ਹੁਤੇ ਦੋਏ ਫਿਰਿਆ ਕਟਾਰਾ। ਇਉਂ ਅੱਗੇ ਦੱਸਦੇ ਹਨ ਕਿ ਸਿੱਖ ਹੋਏ ਦੋ ਭਾਈ ਸਿੱਖ ਹੋਏ ਹਨ। ਸਿੱਖ ਹੋਏ ਦੋਏ ਫਿਰਿਆ ਕਟਾਰਾ। ਇੱਕ ਭਾਈ ਫਿਰਿਆ ਜੀ, ਇੱਕ ਭਾਈ ਕਟਾਰਾ ਜੀ। ਇਹ ਨਵਾਂ ਪ੍ਰਸੰਗ ਦੱਸਦੇ। ਸੇਵਤ ਰਹੇ ਬਹੁਤ ਗੁਰਦੁਆਰਾ। ਬਹੁਤ ਸਮਾਂ ਗੁਰੂ ਮਹਾਰਾਜ ਦੇ ਦਰ ਤੇ ਸੇਵਾ ਕਰਦੇ ਰਹੇ। ਇੱਕ ਦਿਨ ਤਿੰਨ ਕੋ ਦੇਖ ਗੋਸਾਈ। ਇੱਕ ਦਿਨ ਗੁਰੂ ਮਾਲਕ ਜੀ ਨੇ ਇਹਨਾਂ ਨੂੰ ਵੇਖਿਆ। ਭਏ ਪ੍ਰਸੰਨ ਬਖਸ਼ਵੇ ਤਾਈ। ਹੁਣ ਬਖਸ਼ਿਸ਼ ਕਰਨ ਵਾਸਤੇ ਮਹਾਰਾਜ ਪ੍ਰਸੰਨ ਹੋਏ। ਨਿਕਟ ਹਕਾਰ ਸੋ ਬੂਝਨ ਠਾਨੇ। ਕੋਲ ਸੱਦ ਕੇ ਇਹਨਾਂ ਨੂੰ ਪੁੱਛਿਆ ਹੈ, ਜਹਾਂ ਤੁਮਾਰ ਕਹਾਂ ਤੁਮਾਰੇ ਰਹਿਣ ਟਿਕਾਨੇ। ਇਹ ਤੁਹਾਡਾ ਜਿਹੜਾ ਟਿਕਾਣਾ ਹੈ ਰਹਿਣ ਦਾ ਉਹ ਕਿੱਥੇ ਹੈ। ਕਹੋ ਦੇਸ਼ ਤੇ ਕਿਹ ਉਪਦੇਸ਼। ਉਹ ਉਪਦੇਸ਼ ਕਿਹੜਾ ਹੈ ਤੇ ਕਿਹੜਾ ਤੁਸੀਂ ਜਿਹੜਾ ਉਪਦੇਸ਼ ਧਾਰਿਆ। ਹਿਤ ਪ੍ਰਲੋਕ ਕੋ ਕ੍ਰਿਤ ਕਿਆ ਹੇਸ। ਫਿਰ ਪ੍ਰਲੋਕ ਦੇ ਭਲੇ ਵਾਸਤੇ ਦੱਸੋ ਜਿਹੜੀ ਤੁਹਾਡੀ ਕਿਰਤ ਹੈ ਉਹ ਕੈਸੀ ਹੈ, ਕੀ ਕਰਦੇ ਹੋ। ਸੁਣ ਸਤਿਗੁਰ ਤੇ ਕਰ ਅਰਦਾਸ। ਗੁਰੂ ਸਾਹਿਬ ਤੋਂ ਸੁਣ ਕੇ ਉਹਨਾਂ ਬੇਨਤੀ ਕੀਤੀ, ਹੇ ਸਤਿਗੁਰ ਸੁਣੀਐ ਸੁਖ ਰਾਸ। ਹੇ ਸੁੱਖਾਂ ਦੀ ਰਾਸ ਸਤਿਗੁਰੂ ਜੀ ਸੁਣੋ। ਜੈਨ ਮਤ ਤਿਸ ਦੇ ਸਮਝਾਰੈ। ਸਾਡਾ ਜਿਹੜਾ ਦੇਸ਼ ਆ ਉੱਥੇ ਜੈਨ ਮਤ ਹੈ। ਜੰਤਰ ਮੰਤਰ ਕਰ ਹੈ ਵਿਸਤਾਰੈ। ਉੱਥੇ ਮਹਾਰਾਜ ਬਹੁਤਾ ਜੰਤਰਾਂ ਮੰਤਰਾਂ ਦਾ ਵਿਸਥਾਰ ਹੈ। ਪਰਮੇਸ਼ਵਰ ਕੋ ਸੋ ਨਹਿ ਜਾਣੈ। ਉਹ ਦੇਸ਼ ਦੇ ਲੋਕ ਪਰਮੇਸ਼ਰ ਨੂੰ ਨਹੀਂ ਜਾਣਦੇ। ਭਾਉ ਭਗਤ ਨਹਿ ਹਿਰਦੈ ਪਛਾਨੈ। ਤੇ ਉਹਨਾਂ ਦੇ ਹਿਰਦੇ ਵਿੱਚ ਜਾਣ ਲੋ ਕੋਈ ਪ੍ਰੇਮਾ ਭਗਤੀ ਨਹੀਂ ਰੱਬ ਦੀ। ਸੁਨ ਸ੍ਰੀ ਸਤਿਗੁਰ ਦਈ ਨਦੇਸ਼। ਤਾਂ ਇਹ ਸੁਣ ਕੇ ਫਿਰ ਸਤਿਗੁਰੂ ਜੀ ਨੇ ਇਹਨਾਂ ਨੂੰ ਹੁਕਮ ਕੀਤਾ, ਤੁਮ ਗਮਨਿਓ ਅਬ ਤਿਸ ਹੀ ਦੇਸ਼। ਇਉਂ ਕਰੋ ਭਾਈ ਫਿਰਿਆ, ਭਾਈ ਕਟਾਰਿਆ, ਤੁਸੀਂ ਉਸ ਦੇਸ਼ ਵਿੱਚ ਹੁਣ ਚਲੇ ਜਾਓ। ਸਤਿਨਾਮ ਕੋ ਦੇਹੋ ਉਪਦੇਸੂ। ਤੇ ਉੱਥੇ ਜਾ ਕੇ ਸੱਚੇ ਨਾਮ ਦਾ ਉਪਦੇਸ਼ ਦੇਵੋ। ਗੁਰਮੁਖ ਪੰਥ ਦ੍ਰਿੜਾਹੁ ਵਿਸ਼ੇਸ਼ੂ। ਇਹ ਜਿਹੜਾ ਗੁਰੂ ਮੁਖ ਤੋਂ ਚੱਲਿਆ ਪੰਥ ਹੈ, ਗੁਰਮੁਖ ਪੰਥ ਹੈ, ਇਹਨੂੰ ਵਿਸ਼ੇਸ਼ ਕਰਕੇ ਦ੍ਰਿੜ ਕਰਵਾਵੋ। ਫਿਰਿਆ ਕਟਾਰਾ ਬਾਕੋ ਚਾਰਾ। ਭਾਈ ਫਿਰਿਆ ਜੀ, ਭਾਈ ਕਟਾਰਾ ਜੀ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਮੰਤਰ ਜੰਤਰ ਕੋ ਬਲ ਤਿਨ ਭਾਰਾ। ਕਹਿੰਦੇ ਮਹਾਰਾਜ ਵੀ ਉੱਥੇ ਮੰਤਰਾਂ ਜੰਤਰਾਂ ਦਾ ਬਹੁਤਾ ਵੱਡਾ ਬਲ ਹੈ। ਦਬੈ ਨ ਕਾਹੂ ਦੇਹ ਖਦੇਰ। ਉਹ ਮਹਾਰਾਜ ਮੰਤਰਾਂ ਜੰਤਰਾਂ ਦੇ ਬਲ ਨਾਲ ਖਦੇੜ ਦਿੰਦੇ ਨੇ, ਕਿਸੇ ਨੂੰ ਟਿਕਣ ਨਹੀਂ ਦਿੰਦੇ, ਉਹ ਦਬਦੇ ਨਹੀਂ ਕਿਸੇ ਤੋਂ। ਮਾਰ ਦੇਤ ਬੈਰੀ ਬੈਨ ਦੇਰ। ਮੰਤਰ ਜੰਤਰ ਐਸੇ ਨੇ ਦੁਸ਼ਮਣ ਨੂੰ ਬਿਨਾਂ ਦੇਰੀ ਤੋਂ ਮਾਰ ਦਿੰਦੇ ਹਨ। ਬਿਨਾਂ ਸ਼ਕਤ ਕਿਮਤਾ ਹੀ ਸਿਧਾਵੈ। ਇਹ ਸ਼ਕਤੀ ਤੋਂ ਬਿਨਾਂ ਮਹਾਰਾਜ ਉੱਥੇ ਕਿਵੇਂ ਜਾਈਏ। ਸਤਨਾਮ ਕਿਮ ਤਿਨਹਿ ਜਪਾਵੈ। ਕਿਵੇਂ ਮਹਾਰਾਜ ਉਹਨਾਂ ਨੂੰ ਸੱਚਾ ਨਾਮ ਅਸੀਂ ਜਪਾ ਸਕਦੇ ਹਾਂ। ਸੁਨ ਪ੍ਰਸੰਨ ਹੋਇ ਗੁਰੂ ਉਚਾਰਾ। ਤਾਂ ਪ੍ਰਸੰਨ ਹੋ ਕੇ ਸਤਿਗੁਰਾਂ ਬਚਨ ਕਹੇ, ਅਬ ਤੇ ਫੁਰ ਹੈ ਬਾਕ ਤੁਮਾਰਾ। ਜਾਓ ਹੁਣ ਤੋਂ ਤੁਹਾਡਾ ਬਚਨ ਪੂਰਾ ਹੋਊ, ਬਾਕ ਤੁਹਾਡੇ ਫੁਰਨਗੇ। ਸਖਤ ਵਿਸਾਲ ਹੋਏ ਤਬ ਮਾਹੀ। ਤੁਹਾਡੇ ਵਿੱਚ ਬਹੁਤ ਵੱਡੀ ਸ਼ਕਤੀ ਹੋਵੇਗੀ। ਤੁਮ ਪਰ ਮੰਤਰ ਜੰਤਰ ਨਾ ਚਲਾਹੀ। ਤੁਹਾਡੇ ਉੱਤੇ ਕੋਈ ਮੰਤਰ ਜੰਤਰ ਨਹੀਂ ਚੱਲੇਗਾ। ਨਾਸਤਕਨ ਕੇਰ ਮਠ ਜਹ ਹੋਏ। ਕਿਉਂਕਿ ਜਿਹੜਾ ਜੈਨ ਧਰਮ ਇੱਕ ਤਰ੍ਹਾਂ ਦਾ ਨਾਸਤਕ ਮਤ ਹੈ। ਨਾਸਤਕਨ ਇਹਨਾਂ ਦਾ, ਨਾਸਤਕਾਂ ਦਾ ਜਿਹੜਾ ਜੇਰ ਕੇਰ ਮੱਠ, ਜਿੱਥੇ ਵੀ ਇਹਨਾਂ ਦਾ ਮੱਠ ਹੈ, ਭਾਵ ਉਹ ਬਣਿਆ ਡੇਰਾ। ਦੇਹੋ ਨਿਕਾਸ ਪੁਨ ਭਗਨ ਹੋ ਸੋਏ। ਕਹਿੰਦੇ ਉਸ ਨੂੰ ਤੁਸੀਂ
ਜਿਹੜਾ ਹੈ ਦੇਹੋ ਨਿਕਾਸ ਉਸ ਨੂੰ ਕੱਢ ਦਿਓ। ਨਾਸਤਕਤਾ ਨੂੰ ਪੁਨ ਭਗਨੋ ਸੋਏ ਭੰਨ ਦਿਓ। ਜੈਨੀ ਤੁਮ ਕੋ ਦੇਖ ਨਾ ਸਕੈ, ਉਹ ਨਾਸਤਕ ਜੈਨੀ ਤੁਹਾਨੂੰ ਦੇਖ ਨਹੀਂ ਸਕਣਗੇ। ਭ੍ਰਮ ਚਿੱਤ ਹੋਏ ਭਾਗ ਬੋ ਤੱਕੈ, ਤੇ ਇਉਂ ਭਰਮ ਉਹਨਾਂ ਦੇ ਜਿਹੜੇ ਚਿੱਤ ਹੈ ਭਰਮ ਵਿੱਚ ਹੋ ਜਾਣਗੇ। ਭਾਗ ਬੋ ਤੱਕੈ, ਭਰਮਾਂ ਵਿੱਚ ਹੀ ਮਹਾਰਾਜ ਕਹਿੰਦੇ ਉਹ ਜਿਹੜੇ ਆ ਭੱਜੇ ਫਿਰਨਗੇ, ਉਹ ਤੁਹਾਨੂੰ ਨਹੀਂ ਦੇਖ ਸਕਦੇ। ਧਰਮਸਾਲ ਸਭ ਗ੍ਰਾਮ ਕਰਾਵੋ, ਸਾਰੇ ਨਗਰ ਵਿੱਚ ਜਗ੍ਹਾ ਜਗ੍ਹਾ ਧਰਮਸ਼ਾਲਾ ਬਣਵਾਵੋ। ਭਜਨ ਸੁ ਕੀਰਤਨ ਕਰ ਸੁਖ ਪਾਵੋ, ਭਜਨ ਕੀਰਤਨ ਕਰਨਾ ਤੇ ਇਉਂ ਉੱਥੇ ਜਿਹੜਾ ਹੈ ਸੁਖ ਪਾਉਣਾ ਹੈ। ਨਾਮ ਦਾਨ ਇਸ਼ਨਾਨ ਦ੍ਰਿੜਾਏ, ਤੇ ਉਹਨਾਂ ਨੂੰ ਨਾਮ ਦਾਨ ਇਸ਼ਨਾਨ ਦ੍ਰਿੜ ਕਰਵਾਉਣਾ ਹੈ। ਪਾਵਨ ਦੇਸ਼ ਕਰੋ ਸਭ ਜਾਏ, ਤੇ ਜਾਓ ਭਾਈ ਉਸ ਦੇਸ਼ ਨੂੰ ਸਾਰੇ ਨੂੰ ਜਾ ਕੇ ਮਹਾਰਾਜ ਕਹਿੰਦੇ ਪਵਿੱਤਰ ਕਰ ਦਿਓ। ਇਹ ਗੁਰੂ ਸਾਹਿਬ ਨੇ ਫਿਰ ਡਿਊਟੀ ਲਾਈ। ਅਗਲਾ ਪ੍ਰਸੰਗ ਆਪਾਂ ਕੱਲ ਸਰਵਣ ਕਰਾਂਗੇ। ਭੁੱਲ ਚੁੱਕ ਦੀ ਖਿਮਾ, ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।